ਹੈਲੋ ਫਰੈਂਡਸ। ਸੋ ਤੁਹਾਨੂੰ ਯਾਦ ਹੋਏਗਾ ਕਿ ਪਿਛਲੇ ਲੈਕਚਰ ਦੇ ਵਿੱਚ ਆਪਾਂ ਸ਼ੁਰੂਆਤ ਕੀਤੀ ਸੀ ਅਬਾਊਟ ਦ ਕਨਵੈਨਸ਼ਨਲ ਸੋਰਸਿਸ ਆਫ એનર્ਜੀ। ਸੋ ਉਹਦੇ ਬਾਰੇ ਆਪਾਂ ਗੱਲਬਾਤ ਸ਼ੁਰੂ ਕੀਤੀ ਸੀ, ਜਿਹਦੇ ਵਿੱਚ ਆਪਾਂ ਸਭ ਤੋਂ ਪਹਿਲੇ ਗੱਲ ਕੀਤੀ ਸੀ ਅਬਾਊਟ ਦ ਫੋਸਿਲ ਫਿਊਲਸ। ਸੋ ਫੋਸਿਲ ਫਿਊਲਸ ਕੀ ਨੇ? ਉਹ ਵੀ ਕੀ ਹਨ? ਇੱਕ ਕਨਵੈਨਸ਼ਨਲ ਸੋਰਸ ਆਫ એનર્ਜੀ। ਸੋ ਮੈਂ ਯਾਦ ਕਰਵਾ ਦੇਵਾਂ ਕਿ ਕਨਵੈਨਸ਼ਨਲ ਸੋਰਸ ਆਫ એનર્ਜੀ ਕੀ ਹਨ? ਜਿਨ੍ਹਾਂ ਦੀ ਵਰਤੋਂ, ਉਹ ਸੋਰਸਿਸ ਆਫ એનર્ਜੀ ਜਿਨ੍ਹਾਂ ਦੀ ਵਰਤੋਂ ਕੀ ਹੈ ਆਪਾਂ ਬਹੁਤ ਪੁਰਾਣੇ ਟਾਈਮ ਤੋਂ ਕਰਦੇ ਆ ਰਹੇ ਹਾਂ, ਉਹ ਸੋਰਸਿਸ ਆਫ એનર્ਜੀ ਹਨ ਕਨਵੈਨਸ਼ਨਲ ਸੋਰਸਿਸ ਆਫ એનર્ਜੀ। ਸੋ ਉਹਦੇ ਅੰਡਰ ਆਪਾਂ ਪੜ੍ਹਨਾ ਸ਼ੁਰੂ ਕੀਤਾ। ਸਭ ਤੋਂ ਪਹਿਲੇ ਆਪਾਂ ਫੋਸਿਲ ਫਿਊਲਸ ਦੀ ਗੱਲਬਾਤ ਕੀਤੀ। ਫੋਸਿਲ ਫਿਊਲਸ ਤੋਂ ਬਾਅਦ ਆਪਾਂ ਥਰਮਲ ਪਾਵਰ ਪਲਾਂਟ 'ਤੇ ਪਹੁੰਚੇ। ਸੋ ਥਰਮਲ ਪਾਵਰ ਪਲਾਂਟ ਦੇ ਵਿੱਚ ਕੀ ਹੈ? ਐਜ਼ ਅ ਫਿਊਲ ਆਪਾਂ ਕੋਲ ਨੂੰ ਯੂਜ਼ ਕਰਦੇ ਹਾਂ, ਔਰ ਕੋਲ ਕੀ ਹੈ? ਇੱਕ ਨਾਨ ਰੀਨਿਊਏਬਲ ਸੋਰਸ ਆਫ એનર્ਜੀ। ਸਿਮਿਲਰਲੀ ਜੋ ਫੋਸਿਲ ਫਿਊਲਸ ਉਹ ਵੀ ਕੀ ਸਨ? ਨਾਨ ਰੀਨਿਊਏਬਲ ਸੋਰਸ ਆਫ એનર્ਜੀ। ਔਰ ਇੱਕ ਆਪਾਂ ਗੱਲ ਕੀਤੀ ਅਬਾਊਟ ਦ ਹਾਈਡਰੋ ਪਾਵਰ ਪਲਾਂਟ। ਹਾਈਡਰੋ ਪਾਵਰ ਪਲਾਂਟ ਦੇ ਵਿੱਚ ਕੀ ਹੈ ਜੋ ਆਪਾਂ ਯੂਜ਼ ਕਰਦੇ ਹਾਂ ਐਜ਼ ਅ ਸੋਰਸ ਆਫ એનર્ਜੀ? ਉਹ ਕੀ ਹੈ? ਹਾਈਡਰੋ ਪਾਵਰ। ਬਟ ਹਾਈਡਰੋ ਪਾਵਰ ਕੀ ਹੈ? ਦੈਟ ਇਜ਼ ਅ ਰੀਨਿਊਏਬਲ ਸੋਰਸ ਆਫ એનર્ਜੀ। ਸੋ ਫਿਲਹਾਲ ਹੁਣ ਤੱਕ ਆਪਾਂ ਇਹ ਸਾਰੇ ਕਨਵੈਨਸ਼ਨਲ ਸੋਰਸਿਸ ਪੜ੍ਹੇ ਹਨ, ਦੈਟ ਇਜ਼ ਫੋਸਿਲ ਫਿਊਲਸ। ਦੈਨ ਆਪਾਂ ਥਰਮਲ ਪਾਵਰ ਪਲਾਂਟ ਦੀ ਗੱਲ ਕੀਤੀ, ਜਿਹਦੇ ਵਿੱਚ ਆਪਾਂ ਕੋਲ ਐਜ਼ ਅ ਸੋਰਸ ਯੂਜ਼ ਕੀਤਾ ਸੀ, ਸੋਰਸ ਆਫ એનર્ਜੀ। ਦੈਨ ਲਾਸਟ 'ਤੇ ਹਾਈਡਰੋ ਪਾਵਰ ਪਲਾਂਟ, ਜਿਹਦੇ ਵਿੱਚ ਆਪਾਂ ਹਾਈਡਰੋ ਪਾਵਰ ਦੀ ਗੱਲ ਕੀਤੀ, ਔਰ ਹਾਈਡਰੋ ਪਾਵਰ ਕੀ ਹੈ? ਦੈਟ ਇਜ਼ ਅ ਰੀਨਿਊਏਬਲ ਸੋਰਸ ਆਫ એનર્ਜੀ। ਸੋ ਹੁਣ ਆਪਾਂ ਅੱਜ ਗੱਲਬਾਤ ਕਰਾਂਗੇ ਕਿ ਹੁਣ ਜਿਹੜੇ ਕਨਵੈਨਸ਼ਨਲ ਸੋਰਸਿਸ ਨੇ ਉਹਨਾਂ ਨੂੰ ਯੂਜ਼ ਕਰਨ ਦੇ ਲਈ ਜੋ ਆਪਣੀ ਟੈਕਨੋਲੋਜੀ ਹੈ ਉਹਨੂੰ ਕੀ ਹੈ ਥੋੜ੍ਹਾ ਇੰਪਰੂਵ ਕੀਤਾ ਜਾਵੇ, ਤਾਂ ਜਿਹੜੇ ਕਨਵੈਨਸ਼ਨਲ ਸੋਰਸਿਸ ਨੇ ਉਹਨਾਂ ਤੋਂ ਆਪਾਂ ਕੀ ਹੈ ਜ਼ਿਆਦਾ ਤੋਂ ਜ਼ਿਆਦਾ ਫਾਇਦੇ ਲੈ ਸਕਦੇ ਹਾਂ। ਸੋ ਉਹ ਟੌਪਿਕ ਆਪਾਂ ਅੱਜ ਸਟਾਰਟ ਕਰਾਂਗੇ। ਸੋ ਜਿਸ ਦਾ ਨਾਮ ਹੈ ਇੰਪਰੂਵਮੈਂਟਸ in the technology for using conventional sources of energy. Sources of energy. So this is the topic. ਸੋ ਹੁਣ ਤੁਹਾਨੂੰ ਪਤਾ ਹੈ ਕਿ ਕਨਵੈਨਸ਼ਨਲ ਸੋਰਸਿਸ ਆਫ એનર્ਜੀ ਕੀ ਹਨ। ਅਗੇਨ ਮੈਂ ਰਿਪੀਟ ਕਰਾਂਗੀ, ਕਨਵੈਨਸ਼ਨਲ ਸੋਰਸਿਸ ਆਫ એનર્ਜੀ ਉਹ ਸੋਰਸਿਸ ਆਫ એનર્ਜੀ ਹਨ ਜਿਨ੍ਹਾਂ ਦੀ ਵਰਤੋਂ ਕੀ ਹੈ ਆਪਾਂ ਬਹੁਤ ਪੁਰਾਣੇ ਟਾਈਮ ਤੋਂ ਕਰਦੇ ਆ ਰਹੇ ਹਾਂ, ਔਰ ਫਿਲਹਾਲ ਹੁਣ ਵੀ ਕਰ ਰਹੇ ਹਾਂ। ਸੋ ਆਪਾਂ ਉਹ ਕਨਵੈਨਸ਼ਨਲ ਸੋਰਸਿਸ ਆਫ એનર્ਜੀ ਨੂੰ ਯੂਜ਼ ਕਰਨ ਦੇ ਵਿੱਚ ਕੀ ਹੈ, ਜਿਹੜੀ ਟੈਕਨੋਲੋਜੀ ਯੂਜ਼ ਕਰ ਰਹੇ ਹਾਂ ਉਹਦੇ ਵਿੱਚ ਆਪਾਂ ਕੁਝ ਇੰਪਰੂਵਮੈਂਟਸ ਲੈ ਕੇ ਆ ਚੁੱਕੇ ਹਾਂ। ਸੋ ਕਿਹੜੀਆਂ ਇੰਪਰੂਵਮੈਂਟਸ ਹਨ? ਸੋ ਦੈਟ ਜਿਹੜੇ ਉਹ ਕਨਵੈਨਸ਼ਨਲ ਸੋਰਸਿਸ ਆਫ એનર્ਜੀ ਹਨ ਉਹਨਾਂ ਤੋਂ ਆਪਾਂ ਜ਼ਿਆਦਾ ਤੋਂ ਜ਼ਿਆਦਾ ਯੂਜ਼ਸ ਲੈ ਸਕੀਏ, ਜ਼ਿਆਦਾ ਤੋਂ ਜ਼ਿਆਦਾ ਕੰਮ ਲੈ ਸਕੀਏ। ਇਹਦੇ ਅੰਡਰ ਜੋ ਆਪਾਂ ਫਰਸਟ ਪੜ੍ਹਾਂਗੇ ਉਹ ਹੈ ਬਾਇਓਮਾਸ। ਬਾਇਓਮਾਸ। ਸੋ ਬਾਇਓਮਾਸ ਇਹ ਦੇਖਦੇ ਹਾਂ ਕਿ ਬਾਇਓਮਾਸ ਕੀ ਹੈ। ਉਸ ਤੋਂ ਪਹਿਲੇ ਆਪਾਂ ਇੱਕ ਜਨਰਲ ਜੀ ਗੱਲਬਾਤ ਕਰੀਏ ਕਿ ਆਪਾਂ ਨੂੰ ਪਤਾ ਹੈ ਕਿ ਜੋ ਵੁੱਡ ਹੈ, ਵੁੱਡ ਦੈਟ ਇਜ਼ ਆਲਸੋ ਅ ਸੋਰਸ ਆਫ એનર્ਜੀ। ਐਂਡ ਆਲਸੋ ਵੁੱਡ ਕੀ ਹੈ? ਉਹ ਇੱਕ ਕਨਵੈਨਸ਼ਨਲ ਸੋਰਸ ਆਫ એનર્ਜੀ ਹੈ। ਮੀਨਸ ਕਿ ਵੁੱਡ ਦੀ ਵਰਤੋਂ ਆਪਾਂ ਆਪਣੇ ਅਲੱਗ-ਅਲੱਗ ਕੰਮ ਕਰਨ ਦੇ ਲਈ ਬਹੁਤ ਟਾਈਮ ਤੋਂ, ਪੁਰਾਣੇ ਟਾਈਮ ਤੋਂ ਕਰਦੇ ਆ ਰਹੇ ਹਾਂ। ਸੋ ਵੁੱਡ ਦੀ ਵਰਤੋਂ ਆਪਾਂ ਕੀ ਹੈ ਪੁਰਾਣੇ ਸਮੇਂ ਦੇ ਵਿੱਚ ਕੁਕਿੰਗ ਦੇ ਵਿੱਚ ਵੀ ਯੂਜ਼ ਕਰਦੇ ਸੀ, ਜਾਂ ਫਿਰ ਵੈਸੇ ਹੀ ਅਗਰ ਆਪਾਂ ਨੂੰ ਵਾਰਮਥ ਚਾਹੀਦੀ ਹੈ, ਹੀਟ ਚਾਹੀਦੀ ਹੈ, ਦੈਨ ਓਨਲੀ ਉਦੋਂ ਵੀ ਜੋ ਅਰਲੀ ਮੈਨ ਹੈ ਉਹ ਕੀ ਹੈ ਵੁੱਡ ਨੂੰ ਜਲਾਉਂਦਾ ਸੀ। ਸੋ ਵੁੱਡ ਕੀ ਹੈ? ਇੱਕ ਕਨਵੈਨਸ਼ਨਲ ਸੋਰਸ ਆਫ એનર્ਜੀ ਹੈ। ਪਲੱਸ ਪਹਿਲੇ ਮੈਂ ਇਹ ਵੀ ਦੱਸ ਚੁੱਕੀ ਹਾਂ ਕਿ ਵੁੱਡ ਨੂੰ ਆਪਾਂ ਐਜ਼ ਅ ਰੀਨਿਊਏਬਲ ਸੋਰਸ ਆਫ એનર્ਜੀ ਕੰਸੀਡਰ ਕਰਦੇ ਹਾਂ। ਸੋ ਉਹਦਾ ਕੀ ਰੀਜ਼ਨ ਸੀ? ਬਿਕੋਜ਼ ਮੈਂ ਦੱਸਿਆ ਕਿ ਜੋ ਵੁੱਡ ਹੈ ਆਪਾਂ ਨੂੰ ਟਰੀਜ਼ ਤੋਂ ਮਿਲ ਰਹੀ ਹੈ। ਸੋ ਅਗਰ ਆਪਾਂ ਕੰਟੀਨਿਊਸਲੀ ਕੁਝ ਐਪਰੋਪਰੀਏਟ ਅਮਾਊਂਟ ਦੇ ਵਿੱਚ ਆਪਾਂ ਟਰੀਜ਼ ਨੂੰ ਪਲਾਂਟ ਕਰਦੇ ਜਾਈਏ, ਪਲਾਂਟਸ ਨੂੰ ਪਲਾਂਟ ਕਰਦੇ ਜਾਈਏ, ਦੈਨ ਜੋ ਵੁੱਡ ਹੈ ਆਪਾਂ ਨੂੰ ਕੀ ਹੈ ਉੱਥੋਂ ਸਫੀਸ਼ੀਐਂਟ ਕੁਆਂਟੀਟੀ ਦੇ ਵਿੱਚ ਮਿਲਦੀ ਜਾਏਗੀ। ਸੋ ਜਿਹੜਾ ਵੁੱਡ ਹੈ ਦੈਟ ਇਜ਼ ਆਲਸੋ ਅ ਰੀਨਿਊਏਬਲ ਸੋਰਸ ਆਫ એનર્ਜੀ। ਮੀਨਸ ਆਪਾਂ ਨੂੰ ਕੀ ਹੈ ਸਫੀਸ਼ੀਐਂਟ ਅਮਾਊਂਟ ਦੇ ਵਿੱਚ ਵੁੱਡ ਅਵੇਲੇਬਲ ਹੈ। ਵੁੱਡ ਤੋਂ ਬਾਅਦ ਅਗਰ ਆਪਾਂ ਗੱਲ ਕਰੀਏ ਇੱਕ ਹੋਰ ਸੋਰਸ ਆਫ એનર્ਜੀ ਹੈ, ਦੈਟ ਇਜ਼ ਕਾਓ ਡੰਗ। ਕਾਓ ਡੰਗ। ਡੰਗ ਮੀਨਸ ਜੋ ਗੋਬਰ ਹੈ, ਕਾਓ ਦਾ ਜੋ ਗੋਬਰ ਹੈ, ਮੀਨਸ ਉਹ ਵੀ ਕੀ ਹੈ ਇੱਕ ਆਲਸੋ ਅ ਕਨਵੈਨਸ਼ਨਲ ਸੋਰਸ ਆਫ એનર્ਜੀ। ਪਲੱਸ ਅਗਰ ਆਪਾਂ ਇਹ ਦੇਖੀਏ ਕਿ ਇਹ ਆਪਾਂ ਨੂੰ ਸਫੀਸ਼ੀਐਂਟ ਅਮਾਊਂਟ ਦੇ ਵਿੱਚ ਅਵੇਲੇਬਲ ਹੈ ਜਾਂ ਨਹੀਂ ਹੈ, ਆਪਾਂ ਨੂੰ ਸਭ ਨੂੰ ਪਤਾ ਹੀ ਹੈ ਕਿ ਇੰਡੀਆ ਦੇ ਵਿੱਚ ਕੀ ਹੈ ਜੋ ਵਿਲੇजेस ਦੇ ਵਿੱਚ ਜਿਹੜੀ ਪੋਪੂਲੇਸ਼ਨ ਹੈ, ਜ਼ਿਆਦਾਤਰ ਵਿਲੇजेस ਦੇ ਵਿੱਚ ਕੀ ਹੈ ਘਰਾਂ ਦੇ ਵਿੱਚ ਜਾਂ ਫੀਲਡਸ ਦੇ ਵਿੱਚ, ਫਾਰਮਸ ਦੇ ਵਿੱਚ ਕੀ ਹੈ ਪਸ਼ੂ ਪਾਲਣ ਵਾਲਾ ਕਿੱਤਾ ਕੀ ਹੈ ਲੋਕਾਂ ਨੇ ਅਪਣਾਇਆ ਹੋਇਆ ਹੈ। ਸੋ ਕਾਫੀ ਸਾਰੇ ਪਸ਼ੂ ਉਹਨਾਂ ਨੇ ਕੀ ਹਨ ਪਾਲੇ ਹੋਏ ਹਨ, ਲਾਈਕ ਕਾਊਜ਼, ਬੈਫਲੋਜ਼ ਉਹਨਾਂ ਦੇ ਘਰਾਂ ਦੇ ਵਿੱਚ ਆਮ ਹੀ ਪਾਈਆਂ ਜਾਂਦੀਆਂ ਹਨ। ਸੋ ਉਹਨਾਂ ਦੀ ਜੋ ਪੋਪੂਲੇਸ਼ਨ ਹੈ ਇੰਡੀਆ ਦੇ ਵਿੱਚ ਬਹੁਤ ਜ਼ਿਆਦਾ ਹੈ। ਸੋ ਲਾਈਫ ਸਟਾਕ ਪੋਪੂਲੇਸ਼ਨ ਜ਼ਿਆਦਾ ਹੋਣ ਕਰਕੇ, ਸੋ ਉਹ ਐਨੀਮਲਸ ਦੀ ਪੋਪੂਲੇਸ਼ਨ ਜ਼ਿਆਦਾ ਹੋਣ ਕਰਕੇ ਜੋ ਕਾਓ ਡੰਗ ਹੈ ਇਹ ਵੀ ਕੀ ਹੈ ਆਪਾਂ ਨੂੰ ਸਫੀਸ਼ੀਐਂਟ ਕੁਆਂਟੀਟੀ ਦੇ ਵਿੱਚ ਇਹ ਅਵੇਲੇਬਲ ਹੈ। ਸੋ ਐਜ਼ ਸੱਚ ਕਾਓ ਡੰਗ ਵੀ ਕੀ ਹੈ ਇੱਕ ਤਰ੍ਹਾਂ ਦਾ ਰੀਨਿਊਏਬਲ ਸੋਰਸ ਆਫ એનર્ਜੀ ਹੈ। ਸੋ ਆਪਾਂ ਫਿਲਹਾਲ ਗੱਲ ਕੀਤੀ ਅਬਾਊਟ ਵੁੱਡ ਐਂਡ ਕਾਓ ਡੰਗ। ਸੋ ਇਹ ਦੋਨੋਂ ਕੀ ਹਨ? ਫਿਊਲਸ ਹਨ। ਇਹ ਫਿਊਲਸ ਆਪਾਂ ਨੂੰ ਕਿੱਥੋਂ ਮਿਲਦੇ ਹਨ? ਦੇ ਆਰ ਓਬਟੇਨਡ ਫਰੋਮ ਪਲਾਂਟਸ ਐਂਡ ਐਨੀਮਲਸ। plants and animals।
ਸੋ ਦੈਟ ਇਜ਼ ਵਾਈ ਹੁਣ ਜੋ ਵੁੱਡ ਔਰ ਕਾਊ ਡੰਗ ਇਹ ਦੋਨੋਂ ਫਿਊਲ ਹਨ, ਇਹਨਾਂ ਦਾ ਜਿਹੜਾ ਸੋਰਸ ਹੈ ਉਸ ਸੋਰਸ ਨੂੰ ਆਪਾਂ ਕੀ ਨਾਮ ਦਿੱਤਾ ਹੈ, ਦੈਟ ਸੋਰਸ ਇਜ਼ ਕਾਲਡ ਬਾਇਓਮਾਸ। ਬਾਇਓਮਾਸ ਮੀਨਸ ਪਲਾਂਟਸ ਔਰ ਐਨੀਮਲਸ ਤੋਂ ਆਪਾਂ ਨੂੰ ਕੀ ਹੈ, ਵੁੱਡ ਔਰ ਕਾਊ ਡੰਗ ਮਿਲ ਰਿਹਾ ਹੈ। ਸੋ ਇਹ ਦੋਨੋਂ ਫਿਊਲਸ ਆਪਾਂ ਨੂੰ ਮਿਲ ਰਹੇ ਹਨ ਐਜ਼ ਦਾ ਪ੍ਰੋਡਕਟਸ ਆਫ ਪਲਾਂਟਸ, ਬਾਈ ਪ੍ਰੋਡਕਟਸ ਆਫ ਪਲਾਂਟਸ ਐਂਡ ਐਨੀਮਲਸ। ਸੋ ਇਹ ਸੋਰਸਿਸ ਨੂੰ ਆਪਾਂ ਕੀ ਨਾਮ ਦਿੱਤਾ ਹੈ, ਥੀਜ਼ ਸੋਰਸਿਸ ਆਫ ਐਨਰਜੀ ਜਾਂ ਥੀਜ਼ ਸੋਰਸਿਸ ਜਿਨ੍ਹਾਂ ਤੋਂ ਆਪਾਂ ਨੂੰ ਇਹ ਫਿਊਲਸ ਮਿਲਦੇ ਹਨ, ਇਹਨਾਂ ਨੂੰ ਆਪਾਂ ਕੀ ਨਾਮ ਦਿੱਤਾ ਹੈ, ਬਾਇਓਮਾਸ। ਸੋ ਬਾਇਓਮਾਸ ਕੀ ਹੈ, ਕਿਸ ਚੀਜ਼ ਦਾ ਨਾਮ ਹੈ, ਦੈਟ ਇਜ਼ ਅ ਸੋਰਸ ਆਫ ਐਨਰਜੀ। ਔਰ ਉਹ ਕਿਹੜੇ ਸੋਰਸਿਸ ਹਨ, ਥੀਜ਼ ਆਰ ਪਲਾਂਟਸ ਐਂਡ ਐਨੀਮਲਸ। ਬਟ ਹੁਣ ਜਿਹੜੇ ਦੋ ਫਿਊਲਸ ਦੀ ਆਪਾਂ ਗੱਲ ਕਰ ਰਹੇ ਹਾਂ, ਦੈਟ ਇਜ਼ ਵੁੱਡ ਐਂਡ ਕਾਊ ਡੰਗ। ਸੋ ਇਹ ਫਿਊਲਸ ਹਨ। ਫਿਊਲਸ ਆਪਾਂ ਨੂੰ ਪਤਾ ਹੀ ਹੈ ਕਿ ਵਾਟ ਆਰ ਫਿਊਲਸ। ਸੋ ਫਿਊਲਸ ਦੀ ਆਪਾਂ ਗੱਲਬਾਤ ਕੀਤੀ ਸੀ ਪਹਿਲੇ ਲੈਕਚਰਸ ਦੇ ਵਿੱਚ ਕਰ ਚੁੱਕੇ ਹਾਂ ਕਿ ਫਿਊਲਸ ਆਰ ਦੋਜ਼ ਸੋਰਸਿਸ ਆਫ ਐਨਰਜੀ ਜਿਨ੍ਹਾਂ ਨੂੰ ਬਰਨ ਕਰਨ ਦੇ ਉੱਪਰ ਆਪਾਂ ਨੂੰ ਹੀਟ ਐਨਰਜੀ ਮਿਲਦੀ ਹੈ। ਸੋ ਆਪਾਂ ਨੂੰ ਪਤਾ ਹੀ ਹੈ ਕਿ ਵੁੱਡ ਨੂੰ ਔਰ ਕਾਊ ਡੰਗ ਨੂੰ ਬਰਨ ਕਰਨ ਦੇ ਉੱਪਰ ਆਪਾਂ ਨੂੰ ਕੀ ਹੈ, ਹੀਟ ਐਨਰਜੀ ਮਿਲੇਗੀ। ਬਟ ਜਦੋਂ ਆਪਾਂ ਇਹਨਾਂ ਨੂੰ ਬਰਨ ਕਰਦੇ ਹਾਂ ਦੈਨ ਜਿਹੜੀ ਹੀਟ ਐਨਰਜੀ ਆਪਾਂ ਨੂੰ ਮਿਲ ਰਹੀ ਹੈ ਉਹਦੀ ਕੁਆਂਟੀਟੀ ਜਾਂ ਉਹਦੀ ਜਿਹੜੀ ਅਮਾਊਂਟ ਹੁੰਦੀ ਹੈ ਉਹ ਬਹੁਤ ਜ਼ਿਆਦਾ ਕੀ ਹੈ, ਇਨਫ ਨਹੀਂ ਹੁੰਦੀ, ਘੱਟ ਹੁੰਦੀ ਹੈ। ਸੋ ਵੈਰੀ ਸਮਾਲ ਕੁਆਂਟੀਟੀ ਆਫ ਹੀਟ ਐਨਰਜੀ ਇਜ਼ ਪ੍ਰੋਡਿਊਸਡ ਜਦੋਂ ਆਪਾਂ ਕੀ ਹੈ, ਇਹਨਾਂ ਦੋਨੋਂ ਫਿਊਲਸ ਨੂੰ ਬਰਨ ਕਰ ਰਹੇ ਹਾਂ। ਔਰ ਨਾਲ ਦੀ ਨਾਲ ਕੀ ਹੈ, ਜਿਹੜਾ ਨਾਲ ਸਮੋਕ ਪ੍ਰੋਡਿਊਸ ਹੋ ਰਹੀ ਹੈ ਉਹ ਵੀ ਕੀ ਹੈ, ਬਹੁਤ ਜ਼ਿਆਦਾ ਹਾਈ ਕੁਆਂਟੀਟੀ ਦੇ ਵਿੱਚ ਪ੍ਰੋਡਿਊਸ ਹੁੰਦੀ ਹੈ। ਆਪਾਂ ਪ੍ਰੋਪਰਟੀਜ਼ ਪੜ੍ਹੀਆਂ ਸੀ ਅਬਾਊਟ ਅ ਗੁੱਡ ਫਿਊਲ। ਸੋ ਗੁੱਡ ਫਿਊਲ ਦੀ ਪ੍ਰੋਪਰਟੀਜ਼ ਦੇ ਵਿੱਚ ਆਪਾਂ ਇਹ ਗੱਲ ਵੀ ਕੀਤੀ ਸੀ ਕਿ ਜੋ ਆਪਣਾ ਫਿਊਲ ਗੁੱਡ ਤਾਂ ਹੋਏਗਾ ਅਗਰ ਉਹ ਕੀ ਹੈ, ਘੱਟ ਤੋਂ ਘੱਟ ਸਮੋਕ ਔਰ ਐਸ਼ ਪ੍ਰੋਡਿਊਸ ਕਰ ਰਿਹਾ ਹੈ, ਮੀਨਸ ਘੱਟ ਤੋਂ ਘੱਟ ਸਮੋਕ, ਧੂਆਂ ਔਰ ਘੱਟ ਤੋਂ ਘੱਟ ਰਾਖ ਪ੍ਰੋਡਿਊਸ ਕਰੇ, ਪਲੱਸ ਜਿਹੜੀ ਹੀਟ ਪ੍ਰੋਡਕਸ਼ਨ ਹੋ ਰਹੀ ਹੈ, ਜਿਹੜੀ ਹੀਟ ਐਨਰਜੀ ਮਿਲੇਗੀ ਉਹ ਆਪਾਂ ਨੂੰ ਕੀ ਮਿਲੇ, ਜ਼ਿਆਦਾ ਤੋਂ ਜ਼ਿਆਦਾ ਮਿਲੇ। ਸੋ ਐਜ਼ ਸੱਚ ਕੀ ਹਨ, ਵੁੱਡ ਔਰ ਕਾਊ ਡੰਗ ਕੀ ਹਨ, ਗੁੱਡ ਫਿਊਲਸ ਨਹੀਂ ਹਨ। ਸੋ ਦੈਟ ਇਜ਼ ਵਾਈ ਆਪਾਂ ਨੂੰ ਇਹ ਟੌਪਿਕ ਸਟੱਡੀ ਕਰਨ ਦੀ ਲੋੜ ਪਈ, ਦੈਟ ਇੰਪਰੂਵਮੈਂਟਸ ਇਨ ਦ ਟੈਕਨੋਲੋਜੀ। ਸੋ ਇਹਨਾਂ ਨੂੰ ਜੋ ਆਪਾਂ ਯੂਜ਼ ਕਰ ਰਹੇ ਹਾਂ ਐਜ਼ ਕਨਵੈਨਸ਼ਨਲ ਸੋਰਸਿਸ ਆਫ ਐਨਰਜੀ, ਉਸ ਯੂਜ਼ ਕਰਨ ਦੀ ਟੈਕਨੋਲੋਜੀ ਦੇ ਵਿੱਚ ਕੁਝ ਇੰਪਰੂਵਮੈਂਟਸ ਕਰਨ ਦੀ ਜ਼ਰੂਰਤ ਹੈ ਸੋ ਦੈਟ ਕਿ ਜਿਹੜੇ ਇਹ ਫਿਊਲਸ ਹਨ ਇਹਨਾਂ ਤੋਂ ਆਪਾਂ ਕੀ ਹੈ, ਜ਼ਿਆਦਾ ਤੋਂ ਜ਼ਿਆਦਾ ਹੀਟ ਐਨਰਜੀ ਲੈ ਸਕੀਏ, ਪਲੱਸ ਨਾਲ ਜਿਹੜੇ ਬਾਈ ਪ੍ਰੋਡਕਟਸ ਲਾਈਕ ਜੋ ਸਮੋਕ ਨਿਕਲ ਰਹੀ ਹੈ ਜਾਂ ਜੋ ਐਸ਼ ਆ ਰਹੀ ਹੈ ਉਹਨੂੰ ਆਪਾਂ ਕੀ ਹੈ, ਘਟਾ ਸਕੀਏ। ਸੋ ਅਗਰ 1 ਬਾਈ 1 ਗੱਲ ਕਰੀਏ, ਫਸਟ ਆਫ ਆਲ ਅਗਰ ਆਪਾਂ ਵੁੱਡ ਨੂੰ ਕੰਸੀਡਰ ਕਰੀਏ, ਸੋ ਅਗਰ ਆਪਾਂ ਵੁੱਡ ਨੂੰ ਬਰਨ ਕਰਦੇ ਹਾਂ ਇਨ ਦ ਐਬਸੈਂਸ ਆਫ ਜਾਂ ਇਨ ਦ ਲਿਮਿਟਡ ਸਪਲਾਈ ਆਫ ਆਕਸੀਜਨ, ਸੋ ਵੀ ਆਰ ਬਰਨਿੰਗ ਵੁੱਡ, ਨਾਲ ਕੀ ਹੈ, ਲਿਮਿਟਡ ਮੀਨ ਬਹੁਤ ਜ਼ਿਆਦਾ ਸਫੀਸ਼ੀਐਂਟ ਕੁਆਂਟਿਟੀ ਦੇ ਵਿੱਚ ਆਕਸੀਜਨ ਅਵੇਲੇਬਲ ਨਹੀਂ ਹੈ, ਬਹੁਤ ਘੱਟ ਅਵੇਲੇਬਲ ਹੈ, ਲਿਮਿਟਡ ਸਪਲਾਈ ਆਫ ਆਕਸੀਜਨ। ਦੈਨ ਜੋ ਵੁੱਡ ਦੇ ਵਿੱਚ ਪ੍ਰੈਜ਼ੈਂਟ ਜੋ ਮੋਇਸਚਰ ਹੈ, ਜੋ ਵਾਟਰ ਹੈ, ਪਲੱਸ ਜੋ ਬਾਕੀ ਦੇ ਵੋਲਾਟਾਈਲ ਮਟੀਰੀਅਲਸ ਹਨ। ਹੁਣ ਵੋਲਾਟਾਈਲ ਮਟੀਰੀਅਲਸ ਕੀ ਹੁੰਦੇ ਹਨ, ਜੋ ਆਮ ਨਾਰਮਲ ਟੈਂਪਰੇਚਰਸ ਦੇ ਉੱਪਰ ਵੀ ਕੀ ਹਨ, ਇਵੈਪੋਰੇਟ ਹੋ ਸਕਦੇ ਹਨ। ਸੋ ਵੁੱਡ ਨੂੰ ਜਦੋਂ ਆਪਾਂ ਲਿਮਿਟਡ ਸਪਲਾਈ ਆਫ ਆਕਸੀਜਨ ਦੇ ਵਿੱਚ ਬਰਨ ਕਰਾਂਗੇ ਦੈਨ ਜੋ ਵਾਟਰ ਹੈ, ਜੋ ਮੋਇਸਚਰ ਕੰਟੈਂਟ ਹੈ ਔਰ ਨਾਲ ਦੀ ਨਾਲ ਕੁਝ ਜੋ ਵੋਲਾਟਾਈਲ ਮਟੀਰੀਅਲਸ ਹਨ ਉਹ ਕੀ ਹੈ, ਉਹਦੇ ਵਿੱਚੋਂ ਨਿਕਲ ਜਾਣਗੇ। ਸੋ ਉਹ ਵੋਲਾਟਾਈਲ ਮਟੀਰੀਅਲ ਇਵੈਪੋਰੇਟ ਹੋ ਜਾਏਗਾ ਔਰ ਪਿੱਛੇ ਜੋ ਆਪਣੇ ਕੋਲ ਚੀਜ਼ ਬਚੇਗੀ ਉਹਨੂੰ ਆਪਾਂ ਕੀ ਨਾਮ ਦਿੱਤਾ ਹੈ, ਦੈਟ ਇਜ਼ ਕਾਲਡ ਚਾਰਕੋਲ। ਸੋ ਵੀ ਵਿਲ ਗੈਟ ਚਾਰਕੋਲ। ਹੁਣ ਇਹ ਚਾਰਕੋਲ ਕੀ ਹੈ, ਆਪਾਂ ਨੂੰ obtain ਹੋਈ ਹੈ ਫਰੋਮ ਵੁੱਡ। ਸੋ ਵੁੱਡ ਤੋਂ ਆਪਾਂ ਨੂੰ ਜੋ ਚਾਰਕੋਲ ਮਿਲ ਰਹੀ ਹੈ, ਅਗਰ ਆਪਾਂ ਹੁਣ ਇਹਨੂੰ ਬਰਨ ਕਰੀਏ that burns with no flame। ਸੋ ਆਲਮੋਸਟ ਕੀ ਹੈ, ਇਹ ਬਰਨ ਕਰਦੀ ਹੈ ਜਦੋਂ ਫਲੇਮਲੈਸ ਹੁੰਦਾ ਹੈ। ਸੋ ਇਟ ਬਰਨਸ ਫਲੇਮਲੈਸ ਐਂਡ ਆਲਸੋ ਇਹਦੇ ਵਿੱਚ ਜਿਹੜੀ ਆਪਣੇ ਕੋਲ ਸਮੋਕ ਪ੍ਰੋਡਿਊਸ ਹੋ ਰਹੀ ਹੈ ਉਹਦੀ ਕੁਆਂਟਿਟੀ ਕੀ ਹੁੰਦੀ ਹੈ, ਵੈਰੀ ਲੈਸ। ਸੋ ਫਲੇਮਲੈਸ, less amount of smoke and thirdly ਕੀ ਹੈ, ਜੋ ਇਹਦੇ ਵਿੱਚ ਹੁੰਦੀ ਹੈ efficiency ਹੈ ਹੀਟ ਦੀ, ਹੀਟ ਜਨਰੇਸ਼ਨ ਦੀ, ਉਹ ਵੀ ਕੀ ਹੁੰਦੀ ਹੈ, ਬਹੁਤ ਜ਼ਿਆਦਾ ਹੁੰਦੀ ਹੈ। ਸੋ ਥਰਡ ਪੁਆਇੰਟ ਆਪਾਂ ਕੀ ਲਿਖ ਸਕਦੇ ਹਾਂ, ਹਾਇਰ efficiency of heat generation। ਸੋ ਇਹ ਕੀ ਹਨ, 2-3 ਕਰੈਕਟਰਿਸਟਿਕਸ ਹਨ ਅਬਾਊਟ ਦ ਚਾਰਕੋਲ। ਸੋ ਮੈਂ ਇੱਥੇ ਗੱਲ ਕੀਤੀ ਸੀ ਕਿ ਵੁੱਡ ਔਰ ਕਾਊ ਡੰਗ ਨੂੰ ਐਜ਼ ਸੱਚ ਯੂਜ਼ ਕਰਨ ਦੀ ਬਜਾਏ ਜਿਸ ਤਰ੍ਹਾਂ ਆਪਾਂ ਉਹਨਾਂ ਨੂੰ ਯੂਜ਼ ਕਰਦੇ ਹਾਂ ਉਸ ਟੈਕਨੋਲੋਜੀ ਦੇ ਵਿੱਚ ਆਪਾਂ ਕੀ ਹੈ, ਕੁਝ ਚੇਂਜਸ ਲਿਆਈਏ ਜਾਂ ਕੁਝ ਇੰਪਰੂਵਮੈਂਟਸ ਕਰੀਏ ਸੋ ਦੈਟ ਆਪਣੇ ਕੋਲ ਜਿਹੜਾ ਫਿਊਲ ਆਪਣੇ ਕੋਲ ਆਵੇ ਉਹ ਕੀ ਹੋਵੇ, ਇੱਕ ਬੈਟਰ ਫਿਊਲ ਹੋਵੇ, ਗੁੱਡ ਫਿਊਲ ਹੋਵੇ। ਸੋ ਆਪਾਂ ਕੀ ਕਰ ਸਕਦੇ ਹਾਂ ਕਿ ਵੀ ਕੈਨ ਬਰਨ ਵੁੱਡ in the limited supply of oxygen। so limited supply of oxygen ਦੇ ਵਿੱਚ ਵੁੱਡ ਨੂੰ ਬਰਨ ਕਰਨ ਦੇ ਨਾਲ ਉਹ ਕਨਵਰਟ ਹੋ ਜਾਂਦਾ ਹੈ into ਚਾਰਕੋਲ। ਔਰ ਨਾਲ ਦੀ ਨਾਲ ਕੀ ਹੁੰਦਾ ਹੈ, ਜੋ ਵੁੱਡ ਦੇ ਵਿੱਚ ਪ੍ਰੈਜ਼ੈਂਟ ਵਾਟਰ ਹੈ ਔਰ ਜੋ ਵੋਲਾਟਾਈਲ ਮਟੀਰੀਅਲਸ ਹਨ ਉਹ ਕੀ ਹੁੰਦੇ ਹਨ, ਇਵੈਪੋਰੇਟ ਹੋ ਜਾਂਦੇ ਹਨ ਐਂਡ ਵੀ ਗੈਟ ਚਾਰਕੋਲ। ਹੁਣ ਚਾਰਕੋਲ ਦੀਆਂ ਕੀ ਕਰੈਕਟਰਿਸਟਿਕਸ ਹਨ ਜਾਂ ਕੀ ਪੋਜ਼ਿਟਿਵ ਪੁਆਇੰਟਸ ਹਨ, ਦੈਟ ਇਜ਼ ਇਹ ਕੀ ਹੁੰਦਾ ਹੈ, ਜਦੋਂ ਇਹ ਬਰਨ ਹੁੰਦਾ ਹੈ ਇਟ ਬਰਨਸ ਵਿਦ ਨੋ ਫਲੇਮਸ, ਸੋ ਫਲੇਮਲੈਸ।
ਲੈਸ ਅਮਾਊਂਟ ਆਫ ਸਮੋਕ, ਚਾਰਕੋਲ ਜਦ ਬਰਨ ਹੋਏਗਾ ਦੈਨ ਸਮੋਕ ਕੀ ਹੋਏਗੀ, ਘੱਟ ਕੁਆਂਟੀਟੀ ਦੇ ਵਿੱਚ ਪ੍ਰੋਡਿਊਸ ਹੋਏਗੀ, ਐਂਡ ਹਾਇਰ ਐਫੀਸ਼ੀਐਂਸੀ ਆਫ ਹੀਟ ਜਨਰੇਸ਼ਨ, ਜਿਵੇਂ ਕਿ ਵੁੱਡ ਦੇ ਕੇਸ ਦੇ ਵਿੱਚ ਐਸ ਸੱਚ ਬਰਨ ਕਰੀਏ ਮੀਨਸ ਸਫੀਸ਼ੀਐਂਟ ਅਮਾਊਂਟ ਆਫ ਆਕਸੀਜਨ ਦੇ ਵਿੱਚ ਜਦ ਆਪਾਂ ਬਰਨ ਕਰੀਏ ਦੈਨ ਆਪਾਂ ਨੂੰ ਹੀਟ ਘੱਟ ਮਿਲਦੀ ਹੈ, ਲੇਕਿਨ ਲਿਮਿਟਿਡ ਸਪਲਾਈ ਆਫ ਆਕਸੀਜਨ ਦੇ ਵਿੱਚ ਬਰਨ ਕਰਨ ਤੋਂ ਬਾਅਦ ਜੋ ਮਟੀਰੀਅਲ ਮਿਲ ਰਿਹਾ ਹੈ ਚਾਰਕੋਲ, ਉੱਥੋਂ ਆਪਾਂ ਨੂੰ ਜਿਹੜੀ ਹੀਟ ਹੈ ਉਹ ਕੀ ਮਿਲੇਗੀ, ਕਾਫੀ ਸਫੀਸ਼ੀਐਂਟ ਕੁਆਂਟਿਟੀ 'ਚ ਮਿਲ ਸਕਦੀ ਹੈ। ਸੋ ਕੀ ਹੈ ਥਰਡ ਇਹਦੀ ਐਡਵਾਂਟੇਜ ਕਹਿ ਸਕਦੇ ਹਾਂ ਦੈਟ ਹਾਇਰ ਐਫੀਸ਼ੀਐਂਸੀ ਆਫ ਹੀਟ ਜਨਰੇਸ਼ਨ, ਜਿਹੜੀ ਹੀਟ ਜਨਰੇਟ ਹੋ ਰਹੀ ਹੈ ਉਹਦੀ ਐਫੀਸ਼ੀਐਂਸੀ ਕੀ ਹੈ, ਉਹ ਕੀ ਹੈ, ਬਹੁਤ ਜ਼ਿਆਦਾ ਹੈ ਜਦੋਂ ਆਪਾਂ ਕੀ ਯੂਜ਼ ਕਰ ਰਹੇ ਹਾਂ ਚਾਰਕੋਲ ਨੂੰ ਐਜ਼ ਅ ਫਿਊਲ। ਸੋ ਇੱਕ ਪਹਿਲੀ ਇੰਪਰੂਵਮੈਂਟ ਹੈ ਕਿ ਆਪਾਂ ਵੁੱਡ ਨੂੰ ਕੀ ਹੈ ਚਾਰਕੋਲ 'ਚ ਕਨਵਰਟ ਕਰਵਾ ਕੇ ਚਾਰਕੋਲ ਨੂੰ ਐਜ਼ ਅ ਫਿਊਲ ਯੂਜ਼ ਕਰ ਸਕਦੇ ਹਾਂ, ਬਿਕੋਜ਼ ਦੈਟ ਇਜ਼ ਫਲੇਮਲੈਸ, ਆਲਸੋ ਲੈਸ ਅਮਾਊਂਟ ਆਫ ਸਮੋਕ, ਔਰ ਜਿਹੜੀ ਐਫੀਸ਼ੀਐਂਸੀ ਹੈ ਇਹਦੇ ਵਿੱਚ ਹੀਟ ਜਨਰੇਟ ਕਰਨ ਦੀ ਉਹ ਵੀ ਜ਼ਿਆਦਾ ਹੈ। ਸੋ ਹੁਣ ਉਸ ਤੋਂ ਬਾਅਦ ਆਪਾਂ ਕਾਓ ਡੰਗ ਦੀ ਗੱਲ ਕਰਦੇ ਹਾਂ। ਸੋ ਕਾਓ ਡੰਗ, ਇਫ ਕਾਓ ਡੰਗ ਦੇ ਨਾਲ ਆਪਾਂ ਕੁਝ ਮਟੀਰੀਅਲਸ ਐਡ ਕਰੀਏ ਲਾਈਕ ਪਲਾਂਟ, ਸਮ ਪਲਾਂਟ ਮਟੀਰੀਅਲਸ, ਸੋ ਇਹਨਾਂ ਪਲਾਂਟ ਮਟੀਰੀਅਲਸ ਦੇ ਵਿੱਚ ਕੀ ਆ ਸਕਦਾ ਹੈ, ਲਾਈਕ ਇੱਕ ਤਾਂ ਆਪਾਂ ਰੈਜ਼ੀਡਿਊ ਲੈ ਸਕਦੇ ਹਾਂ। ਰੈਜ਼ੀਡਿਊ ਮੀਨਸ ਜਿਹੜੀ ਕੋਈ ਬਚੀ ਖੁਚੀ ਚੀਜ਼ ਹੁੰਦੀ ਹੈ, ਲਾਈਕ ਰੈਜ਼ੀਡਿਊ ਆਫਟਰ ਦ ਕ੍ਰੌਪ ਹਾਰਵੈਸਟਿੰਗ। ਕ੍ਰੌਪ ਹਾਰਵੈਸਟਿੰਗ ਕੀ ਹੈ ਕਿ ਜਦੋਂ ਆਪਾਂ ਖੇਤਾਂ ਦੇ ਵਿੱਚ ਕਟਾਈ ਕੀਤੀ ਹੈ, ਫਸਲ ਦੀ ਕਟਾਈ ਕਰਨ ਤੋਂ ਬਾਅਦ ਜੋ ਰੈਜ਼ੀਡਿਊ ਬਚ ਜਾਂਦਾ ਹੈ, ਜੋ ਬਚਿਆ ਖੁਚਿਆ ਬਚ ਜਾਂਦਾ ਹੈ, ਦੈਟ ਆਲਸੋ ਕਮਸ ਅੰਡਰ ਪਲਾਂਟ ਮਟੀਰੀਅਲਸ। ਸੋ ਇੱਕ ਕੀ ਆ ਜਾਏਗਾ ਇਹਦੇ ਵਿੱਚ, ਰੈਜ਼ੀਡਿਊ ਆਫਟਰ ਹਾਰਵੈਸਟਿੰਗ। ਸੋ ਕਟਾਈ ਤੋਂ ਬਾਅਦ ਫਸਲਾਂ ਦੀ ਜੋ ਰੈਜ਼ੀਡਿਊ ਬਚਿਆ ਖੁਚਿਆ ਬਚ ਰਿਹਾ ਹੈ ਦੈਟ ਇਜ਼ ਆਲਸੋ ਪਲਾਂਟ ਮਟੀਰੀਅਲਸ। ਜਾਂ ਫਿਰ वेजिटेबल वेस्टेज, और या तीसरी चीज़ होर की हो सकती है सीवेज। सो आप की किया फर्स्ट ऑफ ऑल वी हैव काउडंग। सो आप काउडंग नू एज सच जब फ्यूल की तरह यूज़ कर रहे सी अपने आपां नू की है ज़्यादा बेनीफिशियल नहीं है, आपां नू ज़्यादा की है उहदे एडवांटेजेस नहीं हैं। बट इफ़ वी टेक काउडंग और उहदे नाल आपां कुछ प्लांट मटीरियल्स ऐड करिए जिवें कि रेजिड्यू आफ्टर हारवैसटिंग जो आपां नू खेतां दे विच जो कटाई तो बाद बचिया खुचिया मिलेगा, दैट वेजिटेबल वेस्टेज जो आम तौर पर घरां दे विच अवेलेबल हुंदा ही है, वेजिटेबल वेस्ट या कोई फ्रूट वेस्ट भी हो सकता है, प्लस नाल सीवेज। सो ये सारिया चीज़ों को मिक्स करके अगर आप एक पिट दे विच आपां की है इनू दबाना है, एक्चुअल दे विच एक डाइजेस्टर हुंदा है, उहदे अंदर आप सारिया चीज़ों की है इन द फॉर्म ऑफ स्लरी प्लेस करांगे। हुण आप अगे पढ़ांगे कि ये सारा प्रोसीजर की हुंदा है, प्लस नाल कंडीशन की हुंदी है कि उत्थे जो ऑक्सीजन हुंदी है दैट शुड बी एबसेंट। सो इन द एबसेंस ऑफ ऑक्सीजन ये सारा जो मटीरियल है इहदी की हो जाएगी डीकंपोजिशन हो जाएगी, मीनस ये की है सड़ना या गलना शुरू हो जाएगा। सो डीकंपोजिशन तो बाद आपां नू गैस मिलती है एंड दैट गैस इज कॉल्ड बायोगैस। सो बायोगैस बिकॉज आपां नू जिहड़ियां चीज़ां यूज़ कीतियां हन दैट आर द प्लांट मटीरियल्स या एनिमल प्रोडक्ट्स। सो काउ डंग, प्लांट मटीरियल्स लाइक रेजिड्यू आफ्टर हार्वेस्टिंग या फिर वेजिटेबल वेस्टेज या फिर सीवेज, ये सारिया चीज़ों मिक्स करके आपां स्लरी दी फॉर्म दे विच इन द एबसेंस ऑफ ऑक्सीजन जब डिकम्पोज करवावांगे दैन वी हैव गैस, आपां नू एक गैस मिलती है। सो उस गैस का की नाम है दैट इज़ कॉल्ड बायोगैस। प्लस जो अपना जो स्टार्टिंग मटीरियल है दैट इज़ काउडंग। सो बेसिक जो मेन पार्ट है दैट इज़ द काउडंग। सो काउडंग नू इहदे विच यूज़ करन करके जो बायोगैस है, बायोगैस नू आपां जनरली गोबर गैस के नाम दे नाल भी जानते हैं। सो बायोगैस आइदर द गोबर गैस, एक ही है, दोनों सेम चीज़ां हैं और किद्दां बनदियां हन ये सारे मटीरियल्स नू यूज़ करके। सो नैक्सट पार्ट हुण अपना यही है कि जो बायोगैस की प्रैपरेशन है एक प्लांट दे विच हुंदी है। सो उहदे विच आपां देखते हैं उस प्लांट की वर्किंग किस तरह हुंदी है और उहदे थ्रू आपां बायोगैस नू किस तरह लै सकते हैं। सो पहले आपां प्लांट की कंस्ट्रक्शन देखांगे। सो हुण आपां देखण जा रहे हैं कंस्ट्रक्शन अबाउट दैट बायोगैस प्लांट। सो बायोगैस प्लांट जिहड़ा आपां देखण जा रहे हैं दैट इज़ द फिक्स्ड डोम टाइप बायोगैस प्लांट। फिक्स्ड डोम टाइप बायोगैस प्लांट। सो सब तो पहले यदि कंस्ट्रक्शन सो एक ग्राउंड लेवल है, ग्राउंड लेवल के ऊपर इन्हें प्लेस किया गया है, दिस इज ग्राउंड लेवल।
सो हुण आपां इत्थे की है एक डोम शो करन जा रहे हैं. फिक्स्ड डोम टाइप बायोगैस प्लांट मीनस इस तरह ਦਾ ਉਹਦਾ ਜਿਵੇਂ अर्थ ਦੀ ਸਫੈਰੀਕਲ ਸਰਫੇਸ ਹੁੰਦੀ ਹੈ, ਸੋ ਉੱਪਰੋਂ ਦੀ ਸਰਫੇਸ ਕੀ ਹੈ ਆਪਾਂ ਇਸ ਤਰ੍ਹਾਂ ਡੋਮ ਟਾਈਪ ਸ਼ੋ ਕਰਾਂਗੇ. ਸੋ ਇਹ ਆਪਣੀ ਜਨਰਲ ਜੀ ਆਊਟਲਾਈਨ ਹੈ. ਇਸ ਤੋਂ ਇਲਾਵਾ ਇਹਦੇ ਵਿੱਚ ਗੈਸ ਵਾਲਵ, so this is the gas valve. ਹੁਣ ਮੈਂ ਨਾਲ ਦੀ ਨਾਲ ਇਹਦੀ ਲੇਬਲਿੰਗ ਕਰ ਦੇਵਾਂ. ਸੋ ਇੱਥੋਂ ਸਟਾਰਟ ਹੁੰਦੇ ਆ ਆਪਾਂ. ਸੋ ਇਹ ਕੀ ਹੈ, ਫਸਟ ਦਿਸ ਇਜ਼ ਦ ਮਿਕਸਿੰਗ ਟੈਂਕ. ਮਿਕਸਿੰਗ ਟੈਂਕ. ਸੋ ਇਹਦੀ ਕੰਸਟਰਕਸ਼ਨ ਵਾਲਾ ਪਾਰਟ ਬਹੁਤ ਇੰਪੋਰਟੈਂਟ ਹੈ. ਵਰਕਿੰਗ ਇਜ਼ ਵੈਰੀ ਸਿੰਪਲ. ਸੋ ਕੰਸਟਰਕਸ਼ਨ ਦੇ ਵਿੱਚ ਸਾਰੇ ਪਾਰਟਸ ਨਾਲ ਮੈਂਸ਼ਨ ਕਰੀਏ. ਮਿਕਸਿੰਗ ਟੈਂਕ ਤੋਂ ਬਾਅਦ ਨਾਲ ਦੀ ਨਾਲ ਇਹ ਸ਼ੋ ਕੀਤਾ ਹੈ ਕਿ ਗਰਾਊਂਡ ਲੈਵਲ ਦੇ ਉੱਪਰ ਹੈ, ਪਲੱਸ ਜੋ ਇਹ ਡਾਈਜੈਸਟਰ ਮੀਨਸ ਜਿਹਦੇ ਵਿੱਚ ਡੀਕੰਪੋਜੀਸ਼ਨ ਹੋਏਗੀ ਉਹ ਕੀ ਹੈ, ਅੰਡਰ ਦਾ ਗਰਾਊਂਡ ਹੈ. ਸੋ ਇਹ ਗਰਾਊਂਡ ਲੈਵਲ ਸ਼ੋ ਕੀਤਾ ਗਿਆ ਹੈ. ਪਲੱਸ ਮੈਨੂੰ ਰੈੱਡ ਦੇ ਨਾਲ ਸ਼ੋ ਕੀਤਾ ਹੈ ਬਿਕੋਜ਼ ਇਹ ਕੀ ਹੈ, ਬ੍ਰਿਕਸ ਦੇ ਨਾਲ ਬਣਾਇਆ ਜਾਂਦਾ ਹੈ. ਸੋ ਇੱਟਾਂ ਦੇ ਨਾਲ ਬਣਾਇਆ ਜਾਂਦਾ ਹੈ, ਦੈਟ ਇਜ਼ ਵਾਈ ਮੈਂ ਰੈੱਡ ਕਲਰ ਯੂਜ਼ ਕੀਤਾ ਹੈ. ਜਾਂ ਫਿਰ ਆਪਾਂ ਜਿਸ ਤਰ੍ਹਾਂ ਇਸ ਤਰ੍ਹਾਂ ਮੈਂ ਇੱਥੇ ਟੈਕਸਚਰ ਸ਼ੋ ਕੀਤਾ ਹੈ, ਇਸ ਤਰ੍ਹਾਂ ਵੀ ਆਪਾਂ ਪੂਰੀਆਂ ਬ੍ਰਿਕਸ ਇੱਥੇ ਸ਼ੋ ਕਰ ਸਕਦੇ ਹਾਂ. ਹੁਣ ਇਹਦੇ ਅੰਦਰ ਕੀ ਹੈ, ਆਪਾਂ ਯੂਜ਼ ਕਰਦੇ ਹਾਂ ਕਾਊ ਡੰਗ ਐਂਡ ਵਾਟਰ. ਸੋ ਦਿਸ ਇਜ਼ ਮਿਕਸਚਰ ਆਫ ਕਾਊ ਡੰਗ ਐਂਡ ਵਾਟਰ, ਔਰ ਇਸ ਦਾ ਇੱਕ ਨਾਮ ਹੈ, ਇਹਨੂੰ ਆਪਾਂ ਬੋਲਦੇ ਹਾਂ ਸਲਰੀ. SLURRY. ਸੋ ਇੱਥੋਂ ਦੀ ਕੀ ਹੈ, ਥਰੂ ਦ ਇਨਲੈਟ ਚੈਂਬਰ, ਐਂਡ ਦਿਸ ਇਜ਼ ਕਾਲਡ ਦ ਇਨਲੈਟ ਚੈਂਬਰ. ਇਹਦੇ ਥਰੂ ਆਪਾਂ ਕੀ ਹੈ, ਇਸ ਸਲਰੀ ਨੂੰ ਫੀਡ ਕਰਵਾਉਂਦੇ ਹਾਂ ਇਨਟੂ ਦ ਡਾਈਜੈਸਟਰ. ਸੋ ਦਿਸ ਇਜ਼ ਇਨਲੈਟ ਚੈਂਬਰ. सो ये सारा की है फिल्ड है विद द स्लरी. ऊपर वाला जो है डोम पोर्शन होंगे इत्थे की है, दैट इज़ फॉर द कलैक्शन ऑफ गैस. सो इत्थे आप स्लरी नहीं शो करांगे, इत्थे अपनी की है बायो गैस कलैक्ट होंदी है. सिमिलरली इधर वाले पोर्शन एंड लास्टली इस पोर्शन. सो इनलेट चैंबर तो बाद जो ये नीचे वाला सिलेंड्रिकल पोर्शन है इनू आप बोलते हैं डाइजेस्टर. सो दिस इज डाइजेस्टर एंड दैट इज ऑल्सो अंडरग्राउंड. ऊपर की है मैं गैस वॉल्व शो की है, दिस इज गैस वॉल्व एंड ए की है दैट इज द आउटलेट फॉर बायोगैस. सो इतों आप की है बायोगैस ਨੂੰ ਬਾਹਰ ਲੈ ਸਕਦੇ ਹਾਂ. ਆਊਟਲੈਟ ਹੈ ਮੀਨਸ ਆਊਟਵੇ ਫॉर ਬਾਇਓਗੈਸ. here that is the dome. so ਇਸ ਪੋਰਸ਼ਨ ਨੂੰ ਆਪਾਂ ਡੋਮ ਲਿਖ ਰਹੇ ਹਾਂ ਔਰ ਇੱਥੇ ਮੈਂ ਲਿਖ ਰਹੀ ਹਾਂ ਬਾਇਓਗੈਸ ਬਿਕੋਜ਼ ਬਾਇਓਗੈਸ ਇਜ਼ ਕਲੈਕਟਡ here. ਬਾਇਓ गैस. then ये जो शो कीतिया हुए हैं बिल्कुल बरीक बरीक जो लेयर्स हैं इन्होंने आप की बोलते हैं, दीज आर द स्लिट्स.
and that is the overflow tank. This is the mixing tank, this is the overflow tank. Overflow tank. So overflow tank ਦੇ ਵਿੱਚ ਕੀ ਹੈ, that is the spent slurry. ਇੱਥੇ ਆਪਣੇ ਕੋਲ ਜੋ ਆਊਟਪੁੱਟ ਦੇ ਵਿੱਚ ਆ ਰਹੀ ਹੈ that is the spent slurry. and last is that ਜਿਵੇਂ ਕਿ ਇਹ ਇਨਲੈਟ ਚੈਂਬਰ ਹੈ, ਸੋ ਇਹਨੂੰ ਆਪਾਂ ਕੀ ਬੋਲਾਂਗੇ, that is the outlet chamber. ਸੋ ਇਹ ਸਾਰੀ ਇਹਦੀ ਲੇਬਲਿੰਗ ਹੈ ਅਬਾਊਟ ਅ ਫਿਕਸਡ ਡੋਮ ਟਾਈਪ ਬਾਇਓਗੈਸ ਪਲਾਂਟ. ਸੋ ਹੁਣ ਆਪਾਂ ਕੀ ਹੈ ਨਾਲ ਦੀ ਨਾਲ ਇਹਦੀ ਵਰਕਿੰਗ ਦੇਖੀਏ ਕਿ ਵਰਕਿੰਗ ਦੇ ਵਿੱਚ ਕੀ ਹੋ ਰਿਹਾ ਹੈ. ਸੋ ਫਰਸਟ ਆਫ ਆਲ ਕੀ ਹੋਏਗਾ, ਜੋ that is फर्स्ट पार्ट इज़ द मिक्सिंग टैंक, वो अबव द ग्राउंड लेवल है. और जो डाइजेस्टर है, ये जो डोम टाइप स्ट्रक्चर शो किया है एक ही है, दैट इज़ बिलो द ग्राउंड लेवल. सो ग्राउंड लेवल तो नीचे है. सो मिक्सिंग टैंक के आप लवांगे काउ डंग प्लस अनदर प्लांट मटीरियल्स, जिमें कि मैं पहले भी गल की है, प्लस नाल की है वाटर नू मिक्स करांगे. सो जो मटीरियल बनता है ਉਹਦਾ नाम है स्लरी. सो ਆਪਾਂ स्लरी ਨੂੰ ਇਹਦੇ ਵਿੱਚ फीड करवाया. ਇੱਥੇ फीड करवाने तो बाद की है, ਇੱਥੋਂ ਪਾਸ ਹੁੰਦੀ ਹੋਈ ਥਰੂ ਦ ਇਨਲੈਟ ਚੈਂਬਰ ਕੀ ਹੈ ਉਹ ਨੀਚੇ ਪਾਸ ਹੋਏਗੀ ਟੂ ਦ ਡਾਈਜੈਸਟਰ. ਹੁਣ ਡਾਈਜੈਸਟਰ ਕੀ ਹੈ, ਦੈਟ ਇਜ਼ ਅੰਡਰਗਰਾਊਂਡ ਚੈਂਬਰ. ਸੋ ਇੱਕ ਅੰਡਰਗਰਾਊਂਡ ਚੈਂਬਰ ਹੈ ਜਿਹਦੇ ਵਿੱਚ ਆਪਾਂ ਕੀ ਹੈ ਸਲਰੀ ਨੂੰ ਫੈਡ ਕਰਵਾ ਰਹੇ ਹਾਂ. ਪਲੱਸ ਇਹਦੇ ਵਿੱਚ ਕੀ ਹੈ, ਜੋ ਆਕਸੀਜਨ ਹੈ ਦੈਟ ਇਜ਼ ਐਬਸੈਂਟ. ਸੋ ਅੰਡਰ ਦ ਗਰਾਊਂਡ ਹੈ, ਇੱਥੇ ਆਕਸੀਜਨ ਪ੍ਰੈਜ਼ੈਂਟ ਨਹੀਂ ਹੈ. ਸੋ ਦੈਟ ਇਜ਼ ਵਾਈ ਇੱਥੇ ਜਿਹੜੀ ਡੀਕੰਪੋਜੀਸ਼ਨ ਹੋਏਗੀ ਉਹ ਹੋਏਗੀ ਇਨ ਦ ਐਬਸੈਂਸ ਆਫ ਆਕਸੀਜਨ. ਔਰ ਉਸੇ ਡੀਕੰਪੋਜੀਸ਼ਨ ਨੂੰ ਆਪਾਂ ਕੀ ਬੋਲਦੇ ਹਾਂ, ਦੈਟ ਡੀਕੰਪੋਜੀਸ਼ਨ ਇਜ਼ ਕਾਲਡ ਐਨਾਰੋਬਿਕ ਡੀਕੰਪੋਜੀਸ਼ਨ. ਸੋ ਉਹਦੇ ਨਾਲ ਉੱਪਰ ਜੋ ਮੈਂ ਡੋਮ ਟਾਈਪ ਸਟਰਕਚਰ ਸ਼ੋ ਕੀਤਾ ਹੈ ਇਹਦੇ ਵਿੱਚ ਕੀ ਹੈ, ਆਪਣੀ ਬਾਇਓਗੈਸ ਕਲੈਕਟ ਹੋਏਗੀ. ਸੋ ਕਿਸ ਤਰ੍ਹਾਂ, ਕਾਉਡਨ ਪਲਸ ਵਾਟਰ ਸਲਰੀ ਨੂੰ ਆਪਾਂ ਫੈਡ ਕਰਵਾਇਆ ਥਰੂ ਦ ਮਿਕਸਿੰਗ ਟੈਂਕ. ਇਨਲੈਟ ਚੈਂਬਰ ਤੋਂ ਪਾਸ ਹੁੰਦੀ ਹੋਈ ਉਹ ਕੀ ਹੈ ਡਾਈਜੈਸਟਰ ਤੱਕ ਪਹੁੰਚੀ. ਹੁਣ ਡਾਈਜੈਸਟਰ ਦੇ ਵਿੱਚ ਕੀ ਹੋਏਗਾ, ਇੱਥੇ ਕੀ ਹੈ ਆਕਸੀਜਨ ਐਬਸੈਂਟ ਹੈ. ਆਕਸੀਜਨ ਐਬਸੈਂਟ ਹੋਣ ਦੀ ਵਜ੍ਹਾ ਨਾਲ ਹੁਣ ਜਿਹੜੇ ਮਾਈਕਰੋ ਆਰਗੈਨਿਜ਼ਮਸ ਹਨ, ਸੋ ਕੁਝ ਮਾਈਕਰੋ ਆਰਗੈਨਿਜ਼ਮਸ ਹੁੰਦੇ ਹਨ ਜਿਹੜੇ ਆਕਸੀਜਨ ਦੀ ਪ੍ਰੈਜ਼ੈਂਸ ਦੇ ਵਿੱਚ ਕੀ ਹਨ ਡੀਕੰਪੋਜੀਸ਼ਨ ਕਰਦੇ ਹਨ. ਕੁਝ ਮਾਈਕਰੋ ਆਰਗੈਨਿਜ਼ਮਸ ਕੀ ਹਨ even in the absence of oxygen ਉਹ ਕੀ ਹੈ ਉਹਨਾਂ ਦੀ ਡੀਕੰਪੋਜੀਸ਼ਨ ਕਰ ਸਕਦੇ ਹਨ. ਸੋ ਉਹਨਾਂ ਮਾਈਕਰੋ ਆਰਗੈਨਿਜ਼ਮਸ ਨੂੰ ਆਪਾਂ ਕੀ ਬੋਲਾਂਗੇ, ਐਨਾਰੋਬਿਕ ਮਾਈਕਰੋ ਆਰਗੈਨਿਜ਼ਮਸ. ਐਨਾਰੋਬਿਕ ਇੱਕ ਹੁੰਦਾ ਹੈ ਐਰੋਬਿਕ, one word is aerobic, ਉਹ ਹੁੰਦਾ ਹੈ in the presence of oxygen. ਔਰ anaerobic ਕੀ ਹੋਏਗਾ, anaerobic microorganisms means जो डीकंपोजिशन करवा रहे हैं लेकिन इन द एबसेंस ऑफ ऑक्सीजन. सो एनारोबिक माइक्रो ऑर्गेनिजम्स ਜਿਹੜੇ ਹੋਣਗੇ ਉਹ ਇਹ ਸਾਰੇ ਮਟੀਰੀਅਲ ਦੀ ਕੀ ਹੈ ਡੀਕੰਪੋਜੀਸ਼ਨ ਕਰਨਗੇ. ਡੀਕੰਪੋਜੀਸ਼ਨ ਮੀਨਸ ਉਹ ਕੀ ਹੈ ਗਲਣਾ ਸ਼ੁਰੂ ਹੋ ਜਾਏਗਾ. ਲੇਕਿਨ ਇਹ ਸਾਰਾ ਪ੍ਰੋਸੈਸ ਕੀ ਹੈ, ਇਹਨੂੰ ਹੁੰਦੇ ਕੀ ਹੈ ਕਾਫੀ ਦਿਨ ਲੱਗ ਜਾਣਗੇ. ਇਹ ਨਹੀਂ ਹੈ ਕਿ ਜਸਟ ਆਪਾਂ ਨੂੰ ਕੁਝ ਘੰਟਿਆਂ ਦੇ ਵਿੱਚ ਜਾਂ 1-2 ਦਿਨਾਂ ਦੇ ਵਿੱਚ ਕੀ ਹੈ ਇਹ ਆਪਾਂ ਨੂੰ ਗੈਸ ਮਿਲ ਜਾਏਗੀ. ਇਸ ਤਰ੍ਹਾਂ ਨਹੀਂ ਹੈ. ਕਾਫੀ ਦਿਨਾਂ ਤੋਂ ਬਾਅਦ ਕੀ ਹੈ ਜਿਹੜੀ ਡੀਕੰਪੋਜੀਸ਼ਨ ਪ੍ਰੋਸੈਸ ਹੈ ਉਹ ਆਪਣਾ ਕੀ ਹੈ ਸਲੋਲੀ ਹੁੰਦਾ ਹੋਇਆ ਜਿਹੜਾ ਸਾਰਾ ਮਟੀਰੀਅਲ ਹੈ ਇਹ ਕੀ ਹੈ ਡੀਕੰਪੋਜ਼ ਹੋਏਗਾ. in the absence of oxygen decompose ਹੋਏਗਾ by the anaerobic microorganisms. ਉਹਦੇ ਨਾਲ ਕੀ ਹੈ ਇਸ ਮਟੀਰੀਅਲ ਦੇ ਵਿੱਚੋਂ ਕੁਝ ਗੈਸਿਸ ਨਿਕਲਦੀਆਂ ਹਨ. ਹੁਣ ਕਿਹੜੀਆਂ ਗੈਸਿਸ ਨਿਕਲਦੀਆਂ ਹਨ, these gases are methane, carbon dioxide, ਇਸ ਤੋਂ ਇਲਾਵਾ ਹਾਈਡਰੋਜਨ या फिर एक और गैस दैट इज द हाइड्रोजन सल्फाइड. हाइड्रोजन सल्फाइड. सो ये गैसेज ਆਪਾਂ ਨੂੰ ਕਿਸ ਤਰ੍ਹਾਂ ਮਿਲ ਰਹੀਆਂ ਹਨ ਬਾय द ਡੀਕੰਪੋਜੀਸ਼ਨ ਆਫ ਦਿਸ ਸਲਰੀ. ਔਰ ਡੀਕੰਪੋਜੀਸ਼ਨ ਕੌਣ ਕਰਵਾ ਰਿਹਾ ਹੈ, ਐਨਾਰੋਬਿਕ ਮਾਈਕਰੋ ਆਰਗੈਨਿਜ਼ਮਸ. ਸੋ ਉਹ ਜਿਹੜੀ ਗੈਸ ਹੈ ਸਾਰੀ ਜੋ ਉੱਪਰ ਮੈਂ ਡੋਮ ਲਾਈਕ ਸਟਰਕਚਰ ਸ਼ੋ ਕੀਤਾ ਹੈ ਇਸ ਸਟਰਕਚਰ ਦੇ ਵਿੱਚ ਕੀ ਹੈ ਇਕੱਠੀ ਹੋਣੀ ਸ਼ੁਰੂ ਹੋ ਜਾਂਦੀ ਹੈ. ਸੋ ਦਿਸ ਇਜ਼ ਅ ਗੈਸ ਚੈਂਬਰ. ਇੱਥੇ ਸਾਰੀ ਗੈਸ ਆਪਣੀ ਇਕੱਠੀ ਹੋਏਗੀ. ਗੈਸ ਇੱਥੇ ਇਕੱਠੀ ਹੋਣ ਦੇ ਨਾਲ ਦੀ ਨਾਲ ਆਪਾਂ ਇੱਥੇ ਕੀ ਹੈ ਇੱਕ ਆਊਟਲੈਟ ਸ਼ੋ ਕੀਤੀ ਹੈ. ਸੋ ਉਹਦੇ ਉੱਪਰ ਗੈਸ ਵਾਲਵ ਸ਼ੋ ਕੀਤਾ ਹੈ. ਗੈਸ ਵਾਲਵ ਮੀਨਸ ਜਦੋਂ ਆਪਾਂ ਨੂੰ ਰਿਕੁਆਇਰਮੈਂਟ ਹੈ ਆਪਾਂ ਕੀ ਹੈ ਉਹਨੂੰ ਵਾਲਵ ਨੂੰ ਯੂਜ਼ ਕਰਕੇ ਆਪਾਂ ਗੈਸ ਇਨ ਦਾ ਆਊਟਪੁੱਟ ਲੈ ਸਕਦੇ ਹਾਂ. ਸੋ ਗੈਸ ਵਾਲਵ. ਸੋ ਇੱਥੇ ਸ਼ੋ ਕੀਤਾ ਗਿਆ ਹੈ ਆਊਟਲੈਟ ਫॉर द ਬਾਇਓਗੈਸ. ਸੋ ਥੀਸ ਆਰ ਸਲਿਟਸ. ਐਕਚੁਅਲੀ ਇਹਨਾਂ ਨੂੰ ਕਵਰਸ ਬੋਲਿਆ ਜਾਂਦਾ ਹੈ, ਸਲੈਬ ਕਵਰਸ. ਸੋ ਇਹ ਕੀ ਹਨ ਇੱਥੇ ਆਪਣਾ ਪੂਰਾ ਜੋ ਸਟਰਕਚਰ ਹੈ ਉਹਨੂੰ ਕੀ ਹਨ ਕੰਪਲੀਟ ਕਰ ਰਹੀਆਂ ਹਨ. ਦੇ ਆਰ ਕਵਰਿੰਗ ਦ ਹੋਲ ਸਟਰਕਚਰ. ਸੋ ਸਲੈਬ ਕਵਰਸ ਦੋਨੋਂ ਸਾਈਡ ਤੇ ਸ਼ੋ ਕੀਤੇ ਗਏ ਹਨ. ਪਲੱਸ ਹੁਣ ਜਿਹੜੀ ਆਪਣੇ ਕੋਲ ਲੈਫਟ ਸਲਰੀ ਜੋ ਬਾਕੀ ਦੀ ਸਲਰੀ ਬਚ ਰਹੀ ਹੈ, ਸੋ ਡੀਕੰਪੋਜੀਸ਼ਨ ਹੋਈ, ਗੈਸਿਸ ਆਪਾਂ ਕੀ ਹੈ ਉਹਦੇ ਵਿੱਚੋਂ ਬਾਹਰ ਲੈ ਲਈਆਂ. ਹੁਣ ਜੋ ਬਾਕੀ ਦਾ ਮਟੀਰੀਅਲ ਹੈ ਥਰੂ ਦ ਆਊਟਲੈਟ ਚੈਂਬਰ ਆਪਣੇ ਕੋਲ ਕਿੱਥੇ ਪਹੁੰਚ ਰਿਹਾ ਹੈ, ਦੈਟ ਇਜ਼ ਗੈਟਿੰਗ ਕਲੈਕਟਡ ਇਨ ਦ ਓਵਰਫਲੋ ਟੈਂਕ.
ਸੋ ਇਸ ਨੂੰ ਆਪਾਂ ਬੋਲ ਰਹੇ ਸੀ ਮਿਕਸਿੰਗ ਟੈਂਕ, ਐਂਡ ਦਿਸ ਟੈਂਕ ਉਹਦਾ ਨਾਮ ਕੀ ਹੈ, ਦੈਟ ਇਜ਼ ਕਾਲਡ ਦ ਓਵਰਫਲੋ ਟੈਂਕ। ਔਰ ਓਵਰਫਲੋ ਟੈਂਕ ਦੇ ਵਿੱਚ ਆਪਣੇ ਕੋਲ ਪੀਰੀਓਡਿਕਲੀ ਮੀਨਸ ਥੋੜੇ ਟਾਈਮ ਤੋਂ ਬਾਅਦ ਕੀ ਹੈ, ਜੋ ਸਲਰੀ ਹੈ, ਜੋ ਬਾਕੀ ਦੀ ਸਲਰੀ ਹੈ, ਉਹ ਕੀ ਹੈ ਇੱਥੇ ਇਕੱਠੀ ਹੁੰਦੀ ਜਾਏਗੀ ਵਾਇਆ ਜਾਂ ਥਰੂ ਦ ਆਊਟਲੈਟ ਚੈਂਬਰ। ਹੁਣ ਇਹਦੇ ਵਿੱਚ ਕੀ ਹੈ, ਦੋ ਐਡਵਾਂਟੇਜਸ ਹਨ। ਫਰਸਟ ਇਜ਼ ਕਿ ਆਪਾਂ ਨੂੰ ਬਾਇਓਗੈਸ ਮਿਲ ਰਹੀ ਹੈ। ਬਾਇਓਗੈਸ ਦੀ ਐਡਵਾਂਟੇਜਸ ਆਪਾਂ ਹੁਣੀ ਦੇਖਦੇ ਹਾਂ ਕਿ ਕੀ ਯੂਜ਼ਸ ਹਨ ਇਹਦੇ। ਸੈਕੰਡਲੀ ਆਪਾਂ ਨੂੰ ਕੀ ਹੈ ਇੱਥੇ ਸਪੈਂਟ ਸਲਰੀ ਮਿਲ ਰਹੀ ਹੈ, ਇਸ ਦੇ ਵੀ ਆਪਾਂ ਕੀ ਹੈ ਡਿਫਰੈਂਟ ਯੂਜ਼ ਲੈ ਸਕਦੇ ਹਾਂ ਇਸ ਤੋਂ। ਹੁਣ ਆਪਾਂ ਇਹਨਾਂ ਦੇ ਯੂਜ਼ਸ ਬਾਰੇ ਗੱਲ ਕਰੀਏ, ਇੱਕ ਵਾਰ ਇਹਨੂੰ ਥੋੜਾ ਦੁਬਾਰਾ ਤੋਂ ਗੋ ਥਰੂ ਹੋ ਜਾਈਏ ਕਿ ਇਹਦੇ ਵਿੱਚ ਕੀ ਸੀ। ਫਰਸਟ ਮੇਨ ਇਜ਼ ਦ ਕੰਸਟਰਕਸ਼ਨ। ਸੋ ਜਨਰਲੀ ਇਹ ਐਗਜ਼ਾਮਸ ਦੇ ਵਿੱਚ ਕੁਐਸਚਨ ਆ ਜਾਂਦਾ ਹੈ। ਸੋ ਕੰਸਟਰਕਸ਼ਨ ਇਜ਼ ਵੈਰੀ ਇੰਪੋਰਟੈਂਟ। ਸੋ ਉਹਦੇ ਨਾਲ ਹੀ ਕੀ ਹੈ ਵਰਕਿੰਗ ਸਾਰੀ ਨਾਲ ਚੱਲਦੀ ਜਾਏਗੀ। ਫਰਸਟ ਆਫ ਆਲ ਮਿਕਸਿੰਗ ਟੈਂਕ ਦੇ ਵਿੱਚ ਆਪਾਂ ਕੀ ਹੈ ਮਿਕਸ ਕਰਾਂਗੇ ਕਾਊਡੰਗ ਜਾਂ ਅਦਰ ਪਲਾਂਟ ਮਟੀਰੀਅਲਸ ਵਿਦ ਵਾਟਰ, ਔਰ ਉਸ ਮਟੀਰੀਅਲ ਨੂੰ ਉਸ ਸਾਰੇ ਜੋ ਚੀਜ਼ ਬਣ ਰਹੀ ਹੈ ਉਹਦਾ ਨਾਮ ਕੀ ਦੇ ਰਹੇ ਹਾਂ ਆਪਾਂ, ਦੈਟ ਇਜ਼ ਕਾਲਡ ਸਲਰੀ। ਸੋ ਸਲਰੀ ਨੂੰ ਆਪਾਂ ਕੀ ਹੈ ਇਹ ਸਟਰਕਚਰ ਦੇ ਥਰੂ, ਸੋ ਇਹ ਸਾਰਾ ਬ੍ਰਿਕਸ ਦਾ ਸਟਰਕਚਰ ਬਣਿਆ ਹੋਇਆ ਹੈ, ਆਲ ਰੈਡ ਪਾਰਟ। ਸੋ ਇਹਦੇ ਥਰੂ ਆਪਾਂ ਕੀ ਹੈ ਥਰੂ ਦ ਇਨਲੈਟ ਚੈਂਬਰ ਅੰਦਰ ਇਨਟੂ ਦ ਡਾਈਜੈਸਟਰ ਫੀਡ ਕਰਵਾਇਆ। So that is the actual construction. So ये सारा की है bricks का बनया हुआ है। Similarly this part and this part also. So इथों enter हुई डाइजेस्टर ਦੇ ਵਿੱਚ ਗਈ ਥਰੂ ਦਾ ਇਨਲੈਟ ਚੈਂਬਰ। ਡਾਈਜੈਸਟਰ ਦੇ ਵਿੱਚ ਕੀ ਹੈ ਕਾਫੀ ਦਿਨਾਂ ਤੱਕ ਕੀ ਹੈ ਉਹਦੀ ਡੀਕੰਪੋਜੀਸ਼ਨ ਹੁੰਦੀ ਰਹੇਗੀ। ਡੀਕੰਪੋਜੀਸ਼ਨ ਇਨ ਦ ਐਬਸੈਂਸ ਆਫ ਆਕਸੀਜਨ ਹੋ ਰਹੀ ਹੈ। ਸੋ ਜਿਹੜੇ ਮਾਈਕਰੋ ਆਰਗੈਨਿਜ਼ਮਸ ਹਨ, ਕਿਹੜੇ ਮਾਈਕਰੋ ਆਰਗੈਨਿਜ਼ਮਸ ਹੋਣਗੇ, ਐਨਾਰੋਬਿਕ ਮਾਈਕਰੋ ਆਰਗੈਨਿਜ਼ਮਸ। ਸੋ ਆਫਟਰ ਮੈਨੀ ਨੰਬਰ ਆਫ ਡੇਜ਼, ਕਿੰਨੇ ਦਿਨਾਂ ਤੋਂ ਬਾਅਦ ਕੀ ਹੈ ਗੈਸਿਸ ਨਿਕਲਣੀਆਂ ਸ਼ੁਰੂ ਹੋਣਗੀਆਂ ਥਰੂ ਦੈਟ ਮਟੀਰੀਅਲ। ਔਰ ਕਿਹੜੀਆਂ ਗੈਸਿਸ ਹੋਣਗੀਆਂ, 2000 ਮਿਥੇਨ, ਕਾਰਬਨ ਡਾਈਆਕਸਾਈਡ, ਹਾਈਡਰੋਜਨ ਔਰ ਹਾਈਡਰੋਜਨ ਸਲਫਾਈਡ। ਸੋ ਜੋ ਉੱਪਰ ਡੋਮ ਲਾਈਕ ਸਟਰਕਚਰ ਹੈ ਉਹਦੇ ਵਿੱਚ ਕੀ ਹੈ ਉਹ ਸਾਰੀਆਂ ਗੈਸਿਸ ਆਪਾਂ ਕੀ ਹੈ ਕਲੈਕਟ ਕਰਨੀਆਂ ਸ਼ੁਰੂ ਕਰਾਂਗੇ, ਐਂਡ ਥਰੂ ਦ ਗੈਸ ਵਾਲਵ ਐਂਡ ਦ ਆਊਟਲੈਟ, ਉਸ ਆਊਟਲੈਟ ਦੇ ਥਰੂ ਕੀ ਹੈ ਆਪਾਂ ਜਿਹੜੀ ਗੈਸ ਹੈ ਉਹ ਆਪਾਂ ਬਾਹਰ ਲੈ ਸਕਦੇ ਹਾਂ ਫॉर द ਡਿਫਰੈਂਟ ਯੂਜ਼ਸ। ਪਲੱਸ ਜਿਹੜੀ ਐਂਡ ਤੇ ਆਪਣੇ ਕੋਲ ਲੈਫਟ ਆਊਟ ਸਲਰੀ ਬਚ ਰਹੀ ਹੈ ਉਹਨੂੰ ਅਗੇਨ ਆਪਾਂ ਆਊਟਲੈਟ ਚੈਂਬਰ ਦੇ ਥਰੂ ਓਵਰਫਲੋ ਟੈਂਕ ਦੇ ਵਿੱਚ ਇਕੱਠਾ ਕਰਾਂਗੇ, ਔਰ ਉਸ ਨੂੰ ਇਕੱਠਾ ਕਰਨ ਤੋਂ ਬਾਅਦ ਕੀ ਹੈ ਉਹਨੂੰ ਵੀ ਆਪਾਂ ਡਿਫਰੈਂਟ ਕੰਮਾਂ ਦੇ ਲਈ ਯੂਜ਼ ਕਰ ਸਕਦੇ ਹਾਂ। ਹੁਣ ਗੱਲ ਆ ਰਹੀ ਹੈ ਇਹਨਾਂ ਦੇ ਯੂਜ਼ਸ ਦੀ ਕਿ ਆਪਾਂ ਇਹਨੂੰ ਕਿੱਥੇ ਯੂਜ਼ ਕਰ ਸਕਦੇ ਹਾਂ। फर्स्ट ऑफ ऑल बायोगैस। सो बायोगैस की है दैट इज़ अ वेरी एक्सीलेंट फ्यूल। सो बायोगैस एक फ्यूल की तरह काम करेगा। सो जिवें आपां पहले पढ़िया कि वुड तो आपां चारकोल बना सकते हैं, और चारकोल की है दैट इज़ ऑल्सो वेरी एक्सीलेंट फ्यूल। हुण आपां इहदे विच किहड़ी इंप्रूवमेंट कीती टैक्नोलॉजी वाइज कि आपां काओ डंग तो या प्लांट वेस्टेज तो प्लांट मटीरियल्स तो बायोगैस प्रोड्यूस करवा रहे हैं, एंड दैट बायोगैस इज़ वेरी एक्सीलेंट फ्यूल, बहुत अच्छा फ्यूल है एज इट कंटेन्स 75% ऑफ मिथेन। सो ये जी परसेंटेज है मिथेन गैस की दैट इज़ अबाउट 75%। ਹੁਣ ਐਕਸੀਲੈਂਟ ਫਿਊਲ ਹੋਣ ਦਾ ਕੀ ਮਤਲਬ ਹੈ ਕਿ ਜਦੋਂ ਇਹ ਬਰਨ ਹੋਏਗਾ, ਜਦੋਂ ਆਪਾਂ ਇਹਨੂੰ ਯੂਜ਼ ਕਰਾਂਗੇ, ਇਹਦੇ ਤੋਂ ਜਿਹੜੀ ਆਪਾਂ ਨੂੰ એનર્ਜੀ ਮਿਲ ਰਹੀ ਹੈ ਦੈਟ ਇਜ਼ ਵੈਰੀ ਹਾਈ। એનર્ਜੀ ਕਿਹੜੀ, ਹੀਟ એનર્ਜੀ। ਸੋ ਅਮਾਊਂਟ ਆਫ એનર્ਜੀ, ਸੋ ਇਹਦੀ ਜਿਹੜੀ ਐਫੀਸ਼ੀਐਂਸੀ ਹੈ ਆਫ ਹੀਟ ਜਨਰੇਸ਼ਨ ਉਹ ਕੀ ਹੈ ਜ਼ਿਆਦਾ ਹੈ ਜਦੋਂ ਆਪਾਂ ਇਹਨੂੰ ਕੰਪੇਅਰ ਕਰਾਂਗੇ ਵਿਦ ਦੈਟ ਆਫ ਦ ਐਫੀਸ਼ੀਐਂਸੀ ਆਫ ਕਾਊ ਡੰਗ। ਸੋ ਇੱਕ ਪੁਆਇੰਟ ਇਹ ਹੈ। ਪਲੱਸ ਸੈਕੰਡਲੀ ਕੀ ਹੈ ਜਦੋਂ ਇਹ ਬਰਨ ਹੁੰਦਾ ਹੈ ਦੈਨ ਉਹਦੇ ਨਾਲ ਕੀ ਹੈ ਸਮੋਕ ਜਾਂ ਫਿਰ ਕੋਈ ਐਸ਼ ਪ੍ਰੋਡਿਊਸ ਨਹੀਂ ਹੋ ਰਿਹਾ। ਸੋ ਨੋ ਸਮੋਕ and no ash is produced when we burn biogas। so ਜਿਵੇਂ ਕਿ ਆਪਾਂ ਦੇਖਿਆ ਹੈ ਕਿ ਕੋਲ ਨੂੰ ਜਾਂ ਚਾਰਕੋਲ ਜਾਂ ਕੋਲ ਚਾਰਕੋਲ ਵੁੱਡ ਕਿਸੇ ਨੂੰ ਵੀ ਬਰਨ ਕਰਨ ਤੇ ਕੀ ਹੈ ਆਪਾਂ ਨੂੰ ਕੁਝ ਅਮਾਊਂਟ ਆਫ ਸਮੋਕ ਜਾਂ ਐਸ਼ ਜ਼ਰੂਰ ਮਿਲਦਾ ਹੈ, ਲੇਕਿਨ ਜੋ ਬਾਇਓਗੈਸ ਹੈ ਇਸ ਕੇਸ ਵਿੱਚ ਕੀ ਹੈ ਇੱਕ ਤਾਂ ਇਹਦੀ ਐਫੀਸ਼ੀਐਂਸੀ ਜ਼ਿਆਦਾ ਹੈ ਆਫ ਹੀਟ ਜਨਰੇਸ਼ਨ, ਸੈਕੰਡਲੀ ਇਹਦੇ ਵਿੱਚ ਕੋਈ ਸਮੋਕ ਜਾਂ ਫਿਰ ਕੋਈ ਵੀ ਐਸ਼ ਪ੍ਰੋਡਿਊਸ ਨਹੀਂ ਹੋ ਰਿਹਾ। ਸੋ ਦੈਟ ਇਜ਼ ਦ ਸੈਕੰਡ ਐਡਵਾਂਟੇਜ। ਬਾਇਓਗੈਸ ਨੂੰ ਆਪਾਂ ਜਨਰਲੀ ਕੀ ਹੈ ਫॉर ਕੁਕਿੰਗ ਪਰਪਸਿਸ। ਸੋ ਕਾਫੀ ਵਿਲੇजेस ਦੇ ਵਿੱਚ, ਪਿੰਡਾਂ ਦੇ ਵਿੱਚ ਕੀ ਹੈ ਜੋ ਸਿਲੰਡਰਸ ਹਨ ਉਹਨਾਂ ਦੇ ਵਿੱਚ LP ਯੂਜ਼ ਕਰਨ ਦੀ ਬਜਾਏ ਉਹ ਕੀ ਹਨ ਬਾਇਓਗੈਸ ਨੂੰ ਯੂਜ਼ ਕਰਦੇ ਹਨ ਫॉर द ਕੁਕਿੰਗ ਪਰਪਸਿਸ। ਸੋ ਫਿਲਹਾਲ ਹੁਣ ਵੀ ਕਾਫੀ ਵਿਲੇजेस ਦੇ ਇਹ ਵਾਲਾ ਜੋ ਟ੍ਰੈਂਡ ਹੈ ਇਹਨੂੰ ਅਪਣਾਇਆ ਜਾ ਚੁੱਕਿਆ ਹੈ। ਇਸ ਤੋਂ ਇਲਾਵਾ ਜਿਹੜੀ ਬਾਇਓਗੈਸ ਹੈ ਦੈਟ ਇਜ਼ ਆਲਸੋ ਯੂਜ਼ਡ ਫॉर द ਲਾਈਟਨਿੰਗ ਪਰਪਸਿਸ। ਲਾਈਟਨਿੰਗ ਮੀਨਸ ਜਲਾਉਣ ਦੇ ਲਈ, ਬਲਬਸ ਜਾਂ ਲਾਈਟਸ ਵਗੈਰਾ ਜਲਾਉਣ ਦੇ ਲਈ ਵੀ ਕੀ ਹੈ ਬਾਇਓਗੈਸ ਨੂੰ ਆਪਾਂ ਯੂਜ਼ ਕਰ ਸਕਦੇ ਹਾਂ। ਲਾਈਟਨਿੰਗ ਐਕਚੁਅਲੀ ਮੀਨਸ ਕਿ ਅਗਰ ਆਪਾਂ ਨੂੰ ਲਾਈਟ ਦੀ ਰਿਕੁਆਇਰਮੈਂਟ ਹੈ ਕਿਤੇ, ਸੋ ਬਾਇਓਗੈਸ ਨੂੰ ਯੂਜ਼ ਕਰਕੇ ਆਪਾਂ ਕੀ ਹੈ ਲਾਈਟ ਵੀ ਇਹ ਤੋਂ ਲੈ ਸਕਦੇ ਹਾਂ ਜਾਂ ਲਾਈਟ ਪ੍ਰੋਵਾਈਡ ਕਰਵਾ ਸਕਦੇ ਹਾਂ। ਸੋ ਬਾਇਓਗੈਸ ਇਜ਼ ਮੇਨਲੀ ਯੂਜ਼ਡ ਇਨ ਦ ਕੁਕਿੰਗ ਪਰਪਸਿਸ ਦੇ ਵਿੱਚ, ਪਲੱਸ ਸੈਕੰਡਲੀ ਕੀ ਹੈ ਇਟ ਇਜ਼ ਆਲਸੋ ਯੂਜ਼ਡ ਫॉर द ਲਾਈਟਨਿੰਗ ਪਰਪਸਿਸ।
ਸੋ ਇਹ ਬਾਇਓਗੈਸ ਦੇ ਯੂਜ਼ਸ ਹੋ ਗਏ। ਹੁਣ ਸੈਕਿੰਡ ਚੀਜ਼ ਕੀ ਹੈ ਜੋ ਇੱਥੇ ਆਪਣੇ ਕੋਲ ਲੈਫਟ ਆਊਟ ਸਲਰੀ ਬਚ ਰਹੀ ਹੈ, ਉਹ ਵੀ ਕੀ ਹੈ, ਦੈਟ ਇਜ਼ ਆਲਸੋ ਅ ਵੈਰੀ ਇੰਪੋਰਟੈਂਟ ਮਟੀਰੀਅਲ। ਉਹ ਕੀ ਹੈ, ਇੱਕ ਮੈਨਿਓਰ ਦੀ ਤਰ੍ਹਾਂ ਕੰਮ ਕਰਦੀ ਹੈ। ਹੁਣ ਮੈਨਿਓਰ ਕੀ ਹੈ, ਮੈਨਿਓਰ ਮੀਨਸ ਖਾਦ। ਸੋ ਜਿਹੜੀ ਆਪਣੇ ਕੋਲ ਇੱਥੇ ਲੈਫਟ ਆਊਟ ਸਲਰੀ ਜਾਂ ਸਪੈਂਟ ਸਲਰੀ ਬਚ ਰਹੀ ਹੈ, ਦੈਟ ਐਕਟਸ ਐਜ਼ ਮੈਨਿਓਰ। ਸੋ ਇਟ ਐਕਟਸ ਐਜ਼ ਮੈਨਿਓਰ ਬਿਕੋਜ਼ ਇਹਦੇ ਵਿੱਚ ਜੋ ਨਾਈਟ੍ਰੋਜਨ ਔਰ ਫॉस्फोरस ਹੈ ਉਹਦੀ ਕੁਆਂਟੀਟੀ ਕੀ ਹੁੰਦੀ ਹੈ, ਬਹੁਤ ਜ਼ਿਆਦਾ ਹਾਈ। ਨਾਈਟ੍ਰੋਜਨ ਐਂਡ ਫॉस्फोरस। ਸੋ ਦੈਟ ਇਜ਼ ਦ ਸੈਕਿੰਡ ਐਡਵਾਂਟੇਜ ਆਫ ਦਿਸ ਮੈਥਡ ਕਿ ਜਿਹੜੀ ਆਪਣੇ ਕੋਲ ਇੱਥੇ ਸਲਰੀ ਆ ਰਹੀ ਹੈ ਉਹਨੂੰ ਆਪਾਂ ਖੇਤਾਂ ਦੇ ਵਿੱਚ ਖਾਦ ਦੀ ਤਰ੍ਹਾਂ ਯੂਜ਼ ਕਰ ਸਕਦੇ ਹਾਂ ਬਿਕੋਜ਼ ਉਹਦੇ ਵਿੱਚ ਨਾਈਟ੍ਰੋਜਨ ਕੰਟੈਂਟ ਔਰ ਫॉस्फोरस ਕੰਟੈਂਟ ਕੀ ਹੁੰਦਾ ਹੈ, ਬਹੁਤ ਜ਼ਿਆਦਾ ਹੁੰਦਾ ਹੈ। ਔਰ ਇਹ ਚੀਜ਼ਾਂ ਕੀ ਹਨ, ਸੋਇਲ ਦੀ ਪ੍ਰੋਡਕਟਿਵਿਟੀ ਨੂੰ ਇਨਕਰੀਜ਼ ਕਰਨ ਦੇ ਲਈ ਬਹੁਤ ਜ਼ਿਆਦਾ ਜ਼ਰੂਰੀ ਹੁੰਦੀਆਂ ਹਨ। ਸੋ ਇਸ ਤਰ੍ਹਾਂ ਆਪਾਂ ਇੱਕ ਬਾਇਓਗੈਸ ਨੂੰ ਇਹਦੇ ਤੋਂ ਯੂਜ਼ ਕਰ ਰਹੇ ਹਾਂ। ਬਾਇਓਗੈਸ ਦੇ ਡਿਫਰੈਂਟ ਯੂਜ਼ਸ ਆਪਾਂ ਹੁਣੀ ਦੇਖੇ। ਔਰ ਸੈਕਿੰਡਲੀ ਆਪਾਂ ਜਿਹੜੀ ਸਲਰੀ ਹੈ ਉਹਨੂੰ ਐਜ਼ ਅ ਮੈਨਿਓਰ ਯੂਜ਼ ਕਰ ਸਕਦੇ ਹਾਂ। ਹੁਣ ਜੋ ਲਾਸਟ ਗੱਲ ਹੈ ਦੈਟ ਕਿ ਇਜ਼ ਇਟ ਅ ਰੀਨਿਊਏਬਲ ਸੋਰਸ ਔਰ ਨਾਨ ਰੀਨਿਊਏਬਲ ਸੋਰਸ ਆਫ એનર્ਜੀ। ਸੋ ਹੁਣ ਤੱਕ ਆਪਾਂ ਇਹ ਜਾਣ ਹੀ ਚੁੱਕੇ ਹਾਂ ਕਿ ਇਹ ਕੀ ਹੈ, ਇੱਕ ਰੀਨਿਊਏਬਲ ਸੋਰਸ ਆਫ એનર્ਜੀ ਹੈ। ਰੀਨਿਊਏਬਲ ਕਿਸ ਤਰ੍ਹਾਂ ਹੋਇਆ, ਬਿਕੋਜ਼ ਇਹਦੇ ਵਿੱਚ ਜੋ ਆਪਾਂ ਸਟਾਰਟਿੰਗ ਮਟੀਰੀਅਲ ਲੈ ਰਹੇ ਹਾਂ, ਸਟਾਰਟਿੰਗ ਮਟੀਰੀਅਲ ਇਜ਼ ਕਾਊ ਡੰਗ ਜਾਂ ਅਨਦਰ ਪਲਾਂਟ ਮਟੀਰੀਅਲਸ। ਪਲਾਂਟ ਮਟੀਰੀਅਲਸ ਦੇ ਵਿੱਚ ਆਪਾਂ ਵੈਜੀਟੇਬਲ ਵੇਸਟੇਜ ਜਾਂ ਕੋਈ ਰੈਜ਼ੀਡਿਊ ਹੋ ਗਿਆ ਜੋ ਖੇਤਾਂ 'ਚੋਂ ਮਿਲ ਰਿਹਾ ਹੈ, ਜਾਂ ਸੀਵੇਜ। ਸੋ ਇਹ ਸਾਰੀਆਂ ਚੀਜ਼ਾਂ ਕੀ ਹਨ, ਦੀਜ਼ ਆਰ ਸੋ ਉਹ ਕੀ ਹਨ, ਐਗਜ਼ੌਸਟ ਨਹੀਂ ਹੋ ਸਕਦੀਆਂ। ਸੋ ਉਹਨਾਂ ਦੀ ਕੰਟੀਨਿਊਸ ਸਪਲਾਈ ਕੀ ਹੈ, ਪੋਸੀਬਲ ਹੈ। ਸੋ ਦੈਟ ਇਜ਼ ਵਾਈ ਸੋ ਆਪਾਂ ਜੋ ਇਹ ਸੋਰਸ ਆਫ એનર્ਜੀ ਇਹਦੇ 'ਚ ਯੂਜ਼ ਕਰ ਰਹੇ ਹਾਂ ਦੈਟ ਇਜ਼ ਰੀਨਿਊਏਬਲ। ਸੋ ਦੈਟ ਇਜ਼ ਵਾਈ ਕਿ ਜੋ ਇਹ ਮੈਥਡ ਹੈ, ਇਹ ਜੋ ਟੈਕਨੋਲੋਜੀ ਹੈ ਜਿਹੜੀ ਇੰਪਰੂਵਮੈਂਟ ਕੀਤੀ ਗਈ ਹੈ, ਦੈਟ ਇਜ਼ ਵੈਰੀ ਬੈਨੀਫੀਸ਼ੀਅਲ। ਸੋ ਇਸ ਪੂਰੇ ਟੌਪਿਕ ਦੇ ਵਿੱਚ ਆਪਾਂ ਇਹ ਚੀਜ਼ ਦੇਖੀ ਕਿ ਜੋ ਕਨਵੈਨਸ਼ਨਲ ਸੋਰਸਿਸ ਹਨ, ਲਾਈਕ ਆਪਾਂ ਦੋ ਐਗਜ਼ਾਮਪਲਸ ਲੈ ਕੇ ਚੱਲੇ ਸੀ, ਵਨ ਵੁੱਡ ਔਰ ਸੈਕਿੰਡ ਕਾਊ ਡੰਗ। ਸੋ ਉਹ ਦੋਨੋਂ ਕੀ ਹਨ, ਐਜ਼ ਸੱਚ ਅਗਰ ਆਪਾਂ ਉਹਨਾਂ ਨੂੰ ਐਜ਼ ਫਿਊਲਸ ਯੂਜ਼ ਕਰਦੇ ਹਾਂ ਦੈਨ ਉਹਨਾਂ ਦੇ ਜ਼ਿਆਦਾ ਬੈਨੀਫਿਟਸ ਨਹੀਂ ਹਨ। ਲੇਕਿਨ ਅਗਰ ਆਪਾਂ ਕੁਝ ਟੈਕਨੋਲੋਜੀ ਐਡਵਾਂਸਮੈਂਟ ਕਰਕੇ, ਕੁਝ ਇੰਪਰੂਵਮੈਂਟ ਕਰਕੇ ਉਹਨਾਂ ਨੂੰ ਯੂਜ਼ ਕਰੀਏ ਦੈਨ ਜਿਹੜਾ ਫਿਊਲ ਆਪਾਂ ਨੂੰ ਮਿਲੇਗਾ ਉਸ ਫਿਊਲ ਦੇ ਆਪਾਂ ਨੂੰ ਕੀ ਹਨ, ਬਹੁਤ ਹੀ ਡਿਫਰੈਂਟ ਫਾਇਦੇ ਹਨ। ਸੋ ਆਪਾਂ ਪੜ੍ਹਿਆ ਵੁੱਡ ਦੇ ਕੇਸ ਦੇ ਵਿੱਚ ਆਪਾਂ ਚਾਰਕੋਲ ਦੀ ਗੱਲ ਕੀਤੀ ਕਿ ਚਾਰਕੋਲ ਦੇ ਕੀ ਫਾਇਦੇ ਹਨ, ਔਰ ਕਾਊ ਡੰਗ ਦੇ ਕੇਸ ਦੇ ਵਿੱਚ ਥੋੜੀ ਇੰਪਰੂਵਮੈਂਟ ਲਿਆ ਕੇ ਟੈਕਨੋਲੋਜੀ ਦੇ ਵਿੱਚ ਆਪਾਂ ਕੀ ਹੈ, ਬਾਇਓਗੈਸ ਪ੍ਰੋਡਿਊਸ ਕਰਵਾ ਸਕਦੇ ਹਾਂ ਔਰ ਬਾਇਓਗੈਸ ਦੇ ਵੀ ਕੀ ਡਿਫਰੈਂਟ ਫਾਇਦੇ ਹਨ। ਸੋ ਇਹ ਸਾਰਾ ਆਪਣਾ ਫਰਸਟ ਪਾਰਟ ਸੀ ਅਬਾਊਟ ਦ ਇੰਪਰੂਵਮੈਂਟਸ ਇਨ ਦ ਟੈਕਨੋਲੋਜੀ ਜਦੋਂ ਆਪਾਂ ਯੂਜ਼ ਕਰਨਾ ਹੈ ਕਿੰਨਾਂ ਨੂੰ, ਕਨਵੈਨਸ਼ਨਲ ਸੋਰਸਿਸ ਆਫ એનર્ਜੀ। ਸੋ ਇਸ ਤੋਂ ਬਾਅਦ ਜਿਹੜਾ ਨੈਕਸਟ ਟੌਪਿਕ ਆਏਗਾ ਦੈਟ ਵਿਲ ਬੀ ਵਿੰਡ એનર્ਜੀ। ਸੋ ਵਿੰਡ એનર્ਜੀ ਵੀ ਕੀ ਹੈ, ਦੈਟ ਇਜ਼ ਆਲਸੋ ਇੰਪਰੂਵਮੈਂਟ ਇਨ ਟੈਕਨੋਲੋਜੀ ਕੀਤੀ ਗਈ ਹੈ ਸੋ ਦੈਟ ਆਪਾਂ ਇੱਕ ਕਨਵੈਨਸ਼ਨਲ ਸੋਰਸ ਨੂੰ ਯੂਜ਼ ਕਰ ਸਕੀਏ ਬੈਟਰ ਤਰੀਕੇ ਦੇ ਨਾਲ। ਸੋ ਉਹ ਵਾਲਾ ਪਾਰਟ ਆਪਾਂ ਨੈਕਸਟ ਲੈਕਚਰ 'ਚ ਕਰਾਂਗੇ। ਅੱਜ ਦੇ ਲਈ ਫਿਲਹਾਲ ਇੰਨਾ ਹੀ। ਥੈਂਕ ਯੂ।